ਇਹ ਸੱਤਾ ਦੇ ਨਸ਼ੇ ਦੇ ਵਿੱਚ, ਉਸੇ ਸਰੂਰ ਦੇ ਵਿੱਚ ਇਹ ਸਰਕਾਰਾਂ ਚਲਾ ਰਹੇ ਨੇ। ਇਸ ਤਰ੍ਹਾਂ ਸਰਕਾਰਾਂ ਚਲਾ ਰਹੇ ਨੇ ਕਿ ਸਾਡੇ ਦੇਸ਼ ਨੂੰ ਪਤਾ ਨਹੀਂ ਕਦੋਂ ਇਹ ਖੂਹ ਖਾਤੇ ਦੇ ਵਿੱਚ ਸੁੱਟ ਦੇਣ, ਕੋਈ ਭਰੋਸਾ ਨਹੀਂ। ਤੁਸੀਂ 3 DGP ਬਦਲ ਦਿੱਤੇ ਤੇ ਤੁਸੀਂ ਮੁੱਖ ਮੰਤਰੀ ਬਦਲ ਦਿੱਤਾ, ਤੁਸੀਂ ਸਾਰਾ ਹੀ ਲਾਮ ਲਸ਼ਕਰ ਬਦਲ ਦਿੱਤਾ। ਜੇਕਰ ਮਜੀਠੀਆ ਦੋਸ਼ੀ ਸੀ ਤਾਂ ਇਹਨੂੰ ਛੱਡਿਆ ਕਿਉਂ? ਇੱਥੇ ਇਹ ਆਪਣੀਆਂ ਹੀ ਸਿਆਸੀ ਕਿੜਾਂ ਕੱਢਦੇ ਆ। ਇਸੇ ਤਰ੍ਹਾਂ ਦੀ ਸਿਆਸੀ ਲੜਾਈ ਜਦ ਸੁਪਰੀਮ ਕੋਰਟ ਦੇ ਵਿੱਚ ਪਹੁੰਚਦੀ ਹੈ, ਸੁਪਰੀਮ ਕੋਰਟ ਦੀ ਟਿੱਪਣੀ ਹੈ ਕਿ ਆਪਣੀਆਂ ਲੜਾਈਆਂ ਆਪਣੇ ਤੱਕ ਹੀ ਰੱਖੋ। ਤੁਸੀਂ ਵਾਰ-ਵਾਰ ਕਹਿੰਦੇ ਹੋ ਮੇਰੇ ਹੱਥ ਦੇ ਵਿੱਚ ਕੋਈ ਤਾਕਤ ਹੈ ਨਹੀਂ, ਤਾਕਤ ਹੈ ਨਹੀਂ। ਤਾਕਤ ਕਿਉਂ ਨਹੀਂ ਹੈਗੀ? ਇੱਕ ਪਾਸੇ ਤੁਸੀਂ ਪ੍ਰਧਾਨ ਹੋ, ਦੂਸਰੇ ਪਾਸੇ ਤੁਸੀਂ MLA ਵੀ ਹੋ, ਤੁਸੀਂ ਮਿਨਿਸਟਰ ਰਹਿ ਚੁੱਕੇ ਹੋ, ਤੁਹਾਡੇ ਹੱਥ ਪਾਵਰ ਕਿਉਂ ਨਹੀਂ ਹੈਗੀ? ਜੇਕਰ ਤੁਸੀਂ ਸੁਲਹ ਸਫਾਈ ਦੇ ਨਾਲ, ਆਪਸੀ ਸਲਾਹ ਮਸ਼ਵਰੇ ਦੇ ਨਾਲ ਸਰਕਾਰ ਨੂੰ ਚਲਾਵੋ ਤੇ ਤੁਹਾਡੇ ਹੱਥ ਹੀ ਪਾਵਰ ਹੈ। ਰੈਲੀ ਹੁੰਦੀ ਸੁਲਤਾਨਪੁਰ ਲੋਧੀ ਦੇ ਵਿੱਚ, ਵੱਡੀ ਰੈਲੀ ਹੁੰਦੀ ਹੈ ਤੇ ਉੱਥੇ ਉਹਨਾਂ ਨੇ ਕਿਹਾ ਨਵਜੋਤ ਸਿੰਘ ਸਿੱਧੂ ਨੇ ਕਿ ਆਹ ਮੁੰਡਾ ਜਿਹੜਾ ਪੀਲੀ ਜੈਕਟ ਪਾ ਕੇ ਖੜਾ ਇਹ ਥਾਣੇਦਾਰ ਨੂੰ ਦਬਕਾ ਮਾਰੇ ਤੇ ਥਾਣੇਦਾਰ ਦੀ ਪੈਂਟ ਗਿੱਲੀ ਹੋ ਜਾਵੇ। ਲਾਹਣਤ ਹੈ ਫਿਰ ਸਾਡੇ ਤੇ ਕਿ ਜੇਕਰ ਸਾਡੇ MLA ਸਾਡੀ ਪੁਲਿਸ ਨੂੰ ਪੈਂਟਾਂ ਗਿੱਲੀਆਂ ਕਰਵਾਉਣ ਤੇ ਤੁਰ ਪਏ ਤਾਂ ਫਿਰ ਅਸੀਂ ਉਹਨਾਂ ਤੋਂ ਲਾਅ ਐਂਡ ਆਰਡਰ ਕਿੱਥੇ ਭਾਲਦੇ? ਉਧਰ ਸੁਖਬੀਰ ਸਿੰਘ ਬਾਦਲ ਆਪ ਵੀ ਇਲੈਕਸ਼ਨ ਲੜਦੇ ਨੇ, ਪਾਪਾ ਜੀ ਵੀ ਲੜਦੇ ਨੇ, ਨਾਲ ਦੀ ਨਾਲ ਬੀਬੀ ਹਰਸਿਮਰਤ ਕੌਰ ਬਾਦਲ ਵੀ MP ਹੈ। ਇੱਥੇ ਪਰਿਵਾਰਵਾਦ ਤੁਸੀਂ ਕਦੇ ਵੀ ਖਤਮ ਨਹੀਂ ਕਰ ਸਕਦੇ, ਭਾਵੇਂ ਜਿਹੜੀ ਮਰਜ਼ੀ ਪਾਰਟੀ ਚੱਕ ਲਓ। ਮੈਂ ਤਾਂ ਸ਼ੱਕ ਹੋਊਗਾ ਕਿ ਮੈਂ ਫੋਟੋ ਖਿਚਵਾਉਣੀ ਹੈ ਬੱਬੂ ਮਾਨ ਦੇ ਨਾਲ, ਬੱਬੂ ਮਾਨ BJP 'ਚ ਥੋੜ੍ਹਾ ਚਲਾ ਜਾਊਗਾ। ਬੇਇੱਜ਼ਤੀ ਲਫ਼ਜ਼ ਜਿਹੜਾ ਉਹ ਸਾਡੇ ਤੁਹਾਡੇ ਡਿਕਸ਼ਨਰੀ ਦੇ ਵਿੱਚ ਹੋ ਸਕਦਾ, ਇਹਨਾਂ ਦੀ ਡਿਕਸ਼ਨਰੀ ਦੇ ਵਿੱਚ ਨਹੀਂ ਹੈਗਾ। ਇਹਨਾਂ ਦੇ ਵਿੱਚ ਸਿਰਫ ਤੇ ਸਿਰਫ ਕੁਰਸੀ, ਸੱਤਾ, ਸੁੱਖ, ਮੌਜਾਂ, ਬੁੱਲੇ ਵੱਢਣੇ ਇਹੀ ਹੁੰਦਾ ਇਹਨਾਂ ਦੇ, ਹੋਰ ਕੋਈ ਦੂਸਰਾ ਲਫ਼ਜ਼ ਨਹੀਂ ਹੁੰਦਾ। ਸਵਾਲ ਹੈ ਆਮ ਆਦਮੀ ਪਾਰਟੀ ਦੇ ਵਾਸਤੇ, ਬਲਕਾਰ ਸਿੱਧੂ ਕੀ ਉਦੋਂ ਦੋਸ਼ੀ ਸੀ? ਕੀ ਬਲਕਾਰ ਸਿੱਧੂ ਦਾ ਕੋਈ ਕਸੂਰ ਸੀ? ਕੀ ਬਲਕਾਰ ਸਿੱਧੂ ਦੇ ਵਿੱਚ ਕੋਈ ਕਾਣ ਸੀ? ਜੇ ਕਾਣ ਸੀ ਤਾਂ ਹੁਣ ਕਿਹੜਾ ਰੰਦਾ ਫੇਰ ਲਿਆ ਉਹਨੂੰ ਜਿਹਦੀ ਕਾਣ ਨਿਕਲ ਗਈ? ਸ਼ਮਸ਼ੇਰ ਸਿੰਘ ਦੂਲੋਂ ਜਿਹੜੇ ਰਾਜ ਸਭਾ ਮੈਂਬਰ ਆ, ਉਹਨਾਂ ਨੇ ਵੀ ਕਹਿ ਦਿੱਤਾ, ਕਹਿੰਦਾ ਤੁਸੀਂ ਜਿੱਤਣੀ ਕੀ ਆ ਇਲੈਕਸ਼ਨ, ਪਹਿਲਾਂ ਆਪ ਤੇ ਇਕੱਠੇ ਹੋ ਜਾਓ। ਹੁਣ ਰਾਵਤ ਸਾਹਿਬ ਨੂੰ ਵੀ ਪਾਰਟੀ ਦਾ ਮੂੰਹ ਦੇਖ ਕੇ ਇਹ ਸੋਚ ਲੈਣਾ ਚਾਹੀਦਾ ਕਿ ਹੁਣ ਆਉਣ ਵਾਲਾ ਸਮਾਂ ਕਿੱਦਾਂ ਦਾ ਹੈ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ TV ਪ੍ਰੋਗਰਾਮ ਪੰਜਾਬੀ ਸੱਤ ਲੈ ਕੇ ਹਾਜ਼ਰ ਹਾਂ ਮੈਂ ਰਵਨੀਤ ਕੌਰ। ਕਹਿੰਦੇ ਨੇ ਕਿ ਵਕਤ ਤੋਂ ਹਾਰਿਆ ਜਾਂ ਜਿੱਤਿਆ ਨਹੀਂ ਜਾਂਦਾ, ਵਕਤ ਤੋਂ ਹਮੇਸ਼ਾ ਸਿੱਖਿਆ ਜਾਂਦਾ ਹੈ। ਪਰ ਕਦੇ-ਕਦੇ ਸਿੱਖ ਜਿਹੜੀ ਹੈ ਵਕਤ ਦੇ ਨਾਲ-ਨਾਲ ਤੁਹਾਨੂੰ ਤੁਹਾਡੇ ਨਾਲ ਉੱਠਣ ਬੈਠਣ ਵਾਲੇ ਲੋਕ ਵੀ ਦਿੰਦੇ ਨੇ। ਸੋ ਇਹੋ ਜਿਹੀਆਂ ਸਿੱਖਿਆਵਾਂ ਮੈਨੂੰ ਵੀ ਦਿੰਦੇ ਨੇ ਮੇਰੇ ਨਾਲ ਚਰਨਜੀਤ ਜੋਗੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਮਨੀਤ ਕੌਰ ਜੀ। ਇੱਕ ਤਾਂ ਤੁਹਾਡੇ ਨਹੀਂ ਪਤਾ ਲੱਗਦਾ, ਕਦੇ ਮੈਨੂੰ ਮਾੜਾ ਬਣਾਉਂਦੇ, ਕਦੇ ਮੈਨੂੰ ਚੰਗਾ ਬਣਾਉਂਦੇ, ਕਦੇ ਮੈਨੂੰ ਉੱਦਾਂ ਬਣਾਉਂਦੇ, ਉਸਤਾਦ ਹੀ ਆਪਣਾ ਬਣਾਉਂਦੇ, ਮੈਂ ਬਾਜਾ ਸਿਖਾਉਂਦਾ ਰਿਹਾ ਤੁਹਾਨੂੰ। ਸਮਝ ਹੀ ਨਹੀਂ ਆਉਂਦੀ ਮੈਨੂੰ ਦੁਨੀਆ ਦੀ ਕਿ ਦੁਨੀਆ, ਇਹ ਸਿਆਣੇ ਕਹਿੰਦੇ ਹੁੰਦੇ ਸੀ ਬਜ਼ੁਰਗ ਸਾਡੇ ਕਿ ਜਿਹੜੀ ਦੁਨੀਆ ਨਾ, ਦੁਨੀਆ ਉਹ ਦੋ ਮੂੰਹ ਵਾਲੀ ਛੁਰੀ ਆ। ਬਿਲਕੁਲ ਸਹੀ, ਇਧਰੋਂ ਵੀ ਕੱਟਦੀ ਉਧਰੋਂ ਵੀ ਕੱਟਦੀ। ਪਰ ਹੁਣ ਚਲੋ ਖੈਰ, ਤੁਸੀਂ ਤਾਂ ਮੇਰੀਆਂ ਤਾਰੀਫਾਂ ਕਰਨੀਆਂ ਕਿਉਂਕਿ ਬਹੁਤ ਕੁਝ ਸਿੱਖਿਆ ਮੇਰੇ ਕੋਲੋਂ। ਸੋ ਕਹਿਣ ਦਾ ਮਤਲਬ ਇਹ ਕਿ ਸੱਚਮੁੱਚ ਇੱਥੇ ਸਾਨੂੰ ਦੁਨੀਆ ਦੇ ਵਿੱਚ ਵਿਚਰਦੇ ਹੋਇਆਂ ਖਿਆਲਾਤ ਚੰਗੇ ਰੱਖਣੇ ਪੈਣਗੇ। ਖਿਆਲਾਤ ਜਿਹਦੇ ਚੰਗੇ ਹੋਣਗੇ ਉਹ ਬੰਦਾ ਅੱਗੇ ਵਧੂਗਾ। ਚੰਗੀ ਸੋਚ ਦੇ ਨਾਲ ਬੰਦਾ ਹਰ ਇੱਕ ਚੀਜ਼ ਨੂੰ ਜਿਹੜਾ ਆਸਾਨ ਤਰੀਕੇ ਦੇ ਨਾਲ ਅੱਗੇ ਲੈ ਕੇ ਚੱਲਦਾ। ਇਹ ਸੋਚ ਹੀ ਤਾਂ ਹੈ ਜਿਹੜੀ ਕਿ ਚਰਨਜੀਤ ਜੋਗੀ ਨੂੰ ਕਿੱਥੇ ਤੋਂ ਕਿੱਥੇ ਲੈ ਕੇ ਆਈ। ਤੈਨੂੰ ਪਤਾ ਕਿ ਜੇਕਰ ਤੁਸੀਂ ਮੇਰੇ ਨਾਲ ਨਾ ਹੁੰਦੇ, ਠੀਕ ਹੈ ਨਾ, ਇਹ ਮੈਂ ਬਹੁਤ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਜੇਕਰ ਤੁਸੀਂ ਮੇਰੇ ਨਾਲ ਨਾ ਹੁੰਦੇ ਮੈਂ ਹੋਰ ਵੀ ਤਰੱਕੀ ਕਰ ਜਣੀ ਸੀ। ਅੱਛਾ, ਮੈਂ ਤੇ ਕਦੀ-ਕਦੀ ਤੁਹਾਡੀਆਂ ਤਾਰੀਫਾਂ ਕਰ ਲੈਣੀ, ਤੁਸੀਂ ਕਿੱਦਣ ਕਰੋਗੇ ਮੇਰੀ ਤਾਰੀਫ? ਮੈਂ ਤੇਰੀ ਤੇ ਮੈਂ ਹੁਣੇ ਕਰਕੇ ਹਟਿਆ, ਦਿਲੋਂ ਕੀਤੀ ਹੈ। ਇਹ ਤਾਰੀਫ ਸੀ ਤੇ ਇਹਨੂੰ ਤਾਰੀਫ ਨਹੀਂ ਕਹਿੰਦੇ। ਅੱਛਾ, ਮਤਲਬ ਤੁਸੀਂ ਮੇਰੇ ਤੋਂ ਬਿਨਾ ਹੋਰ ਵੀ ਅੱਗੇ ਜਾ ਸਕਦੇ ਹੋ। ਹਾਂਜੀ, ਬਿਲਕੁਲ। ਮੈਂ ਤੁਹਾਡੀ ਤਰੱਕੀ ਦੇ ਰਾਹ 'ਚ ਰੋੜਾ ਆ। ਨਹੀਂ, ਦੇਖੋ ਗੱਲ ਹੈ ਕਿ ਹਰ ਇੱਕ ਬੰਦੇ ਨੇ ਸੋਚਿਆ, ਸਮਝਿਆ, ਪੜ੍ਹਿਆ, ਸੁਣਿਆ, ਸਿੱਖਿਆ। ਕਹਿੰਦੇ ਆ ਵੀ ਇੱਕ ਕਾਮਯਾਬ ਬੰਦਾ ਜਿਹੜਾ ਉਹਦੇ ਮਗਰ ਇੱਕ ਔਰਤ ਦਾ ਹੱਥ ਹੁੰਦਾ। ਬਿਲਕੁਲ ਹੁੰਦਾ, ਠੀਕ ਹੈ। ਤੇ ਜਿਹੜੇ ਬੰਦੇ ਦੇ ਮਗਰ ਬਹੁਤ ਸਾਰੀਆਂ ਔਰਤਾਂ ਹੁੰਦੀਆਂ, ਉਹਨਾਂ ਦੀ ਕਹਾਣੀ ਕਿਸੇ ਨਾ ਕਿਸੇ TV ਚੈਨਲ ਦੇ ਉੱਪਰ ਚੱਲਦੀ ਹੁੰਦੀ, ਕਿਸੇ ਜਸੂਸੀ ਜਿਹੇ ਸੀਰੀਅਲ ਦੇ ਵਿੱਚ। ਮੀਟੂ ਵੀ ਹੁੰਦਾ ਹੈ। ਹਾਂ, ਸੋ ਇਸ ਕਰਕੇ ਭਰਾਵੋ, ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਵਾਸਤੇ ਆਪਾਂ ਨੂੰ ਚੰਗੇ ਖਿਆਲਾਤ ਰੱਖਣੇ ਪੈਣਗੇ, ਚੰਗੀ ਸੋਚ ਰੱਖਣੀ ਪਏਗੀ ਔਰ ਚੰਗੇ ਲੋਕਾਂ ਦਾ ਸਾਥ ਰੱਖਣਾ ਪਏਗਾ। ਸੱਚਮੁੱਚ ਸ਼ੁਕਰ ਖੁਦਾ ਦਾ, ਚੰਗੇ ਲੋਕਾਂ ਦਾ ਸਾਥ ਮੈਨੂੰ ਮਿਲਿਆ ਹੋਇਆ। ਮੇਰੇ ਵੱਲੋਂ ਕਿਹਾ ਨਾ, ਹਾਂ, ਦਿਲੋਂ ਗਿਆ। ਕਹਿਣ ਦਾ ਮਤਲਬ ਇਹ ਆ ਕਿ ਜ਼ਿੰਦਗੀ ਦੇ ਵਿੱਚ
ਤੁਹਾਨੂੰ ਜ਼ਿੰਦਗੀ ਨੂੰ ਮਾਣਨ ਦੇ ਵਾਸਤੇ ਜੀ ਇੱਕ ਚੰਗੇ ਸਾਥੀ ਦੀ ਲੋੜ ਹੁੰਦੀ ਹੈ। ਤੁਹਾਡਾ ਸਾਥ ਜੇਕਰ ਚੰਗਾ, ਜੀ ਤੁਹਾਡੀ ਸੰਗਤ ਜੇਕਰ ਚੰਗੀ ਹੈ, ਤੁਸੀਂ ਅੱਗੇ ਵਧੋਗੇ। ਜੇਕਰ ਤੁਹਾਡੀ ਸੰਗਤ ਹੀ ਮਾੜੀ ਹੈ ਤਾਂ ਫਿਰ ਤੁਸੀਂ ਅੱਗੇ ਨਹੀਂ ਵਧ ਸਕਦੇ। ਸੋ ਸਭ ਤੋਂ ਵੱਡੀ ਚੀਜ਼ ਇਹੀ ਹੈ ਕਿ ਸੰਗਤ ਕਿਹੜੀ ਹੈ ਤੁਹਾਡੀ। ਜੀ ਜੇਕਰ ਤੇ ਚੰਗੀ ਸੰਗਤ ਆ, ਹੁਣ ਸਾਡੇ ਜਵਾਕ ਹੀ ਆ ਜਿਹੜੇ ਵਿਗੜ ਜਾਂਦੇ ਆ, ਚਾਹੇ ਜਵਾਕ ਹੋਣ ਤਾਂ ਜਾਂ ਫਿਰ ਜਵਾਕੜੀਆਂ ਹੋਣ, ਜੇਕਰ ਉਹ ਗਲਤ ਸੰਗਤ ਵਿੱਚ ਪੈਂਦੀਆਂ ਜੀ ਜਾਂ ਪੈਂਦੇ ਤਾਂ ਉਹਨਾਂ ਦੇ ਵਾਸਤੇ ਆਉਣ ਵਾਲੀ ਜ਼ਿੰਦਗੀ ਜਿਹੜੀ ਆ ਉਹ ਨਰਕ ਬਣ ਜਾਂਦੀ। ਬਿਲਕੁਲ ਮਾਂ-ਬਾਪ ਨੂੰ ਖਿਆਲ ਰੱਖਣਾ ਪਏਗਾ, ਬੱਚਿਆਂ ਦੇ ਨਾਲ ਬੱਚੇ ਬਣ ਕੇ ਰਹਿਣਾ ਪਏਗਾ, ਉਹਨਾਂ ਦੀ ਮਾਨਸਿਕਤਾ ਦੇ ਪੱਧਰ ਤੱਕ ਜਾਣਾ ਪਏਗਾ, ਤਾਂ ਹੀ ਫਿਰ ਉਹ ਅੱਗੇ ਚੰਗੀਆਂ ਰਾਹਾਂ ਤੇ ਤੁਰਨਗੇ, ਦੇਸ਼ ਦੀ ਮੁੱਖ ਧਾਰਾ ਦੇ ਨਾਲ ਜੁੜੇ ਰਹਿਣਗੇ, ਦੇਸ਼ ਤਰੱਕੀ ਦੀਆਂ ਲੀਹਾਂ ਤੇ ਚੱਲੂਗਾ ਔਰ ਅਸੀਂ ਵੀ ਖੁਸ਼ ਹੋਵਾਂਗੇ, ਸੁਖੀ ਹੋਵਾਂਗੇ, ਆਨੰਦ ਵਿੱਚ ਹੋਵਾਂਗੇ। ਬਿਲਕੁਲ ਜੀ, ਇਹਦੇ ਨਾਲ ਜੁੜੀ ਇੱਕ ਕਹਾਣੀ ਮੈਨੂੰ ਯਾਦ ਆ ਰਹੀ ਹੈ ਕਿ ਚੰਗੇ ਲੋਕਾਂ ਦਾ ਸਾਥ, ਚੰਗੇ ਲੋਕ ਕਦੇ ਵੀ ਤੁਹਾਨੂੰ ਕਿਤੇ ਵੀ ਟੱਕਰ ਜਾਂਦੇ ਨੇ ਔਰ ਉਹ ਚੰਗੇ ਲੋਕ ਤੁਹਾਨੂੰ ਜ਼ਿੰਦਗੀ ਦੇ ਇੱਕ ਸੇਧ, ਇੱਕ ਲੈਸਨ ਦੇ ਜਾਂਦੇ ਨੇ। ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ। ਇੱਕ ਵਾਰੀ ਕੀ ਹੁੰਦਾ ਹੈ ਕਿ ਇੱਕ ਸ਼ਖਸ ਬਹੁਤ ਹੀ ਜ਼ਿਆਦਾ ਬਿਮਾਰ ਹਾਲਤ ਦੇ ਵਿੱਚ, ਬਹੁਤ ਹੀ ਜ਼ਿਆਦਾ ਮਰਨ ਕੰਢੇ ਕਹਿ ਲਓ ਵੀ, ਉਹਨੂੰ ਹਸਪਤਾਲ ਦੇ ਵਿੱਚ ਲਿਆਇਆ ਜਾਂਦਾ। ਉਹਨੂੰ ਐਮਰਜੈਂਸੀ ਕੇਸ ਹੈ, ਹਸਪਤਾਲ ਦੇ ਵਿੱਚ ਉਹਨੂੰ ਐਡਮਿਟ ਕਰ ਲਿਆ ਜਾਂਦਾ ਹੈ। ਔਰ ਜਦੋਂ ਮਰੀਜ਼ ਦਾ ਨਾਮ ਡਾਕਟਰ ਸਾਹਿਬ ਦੇ ਕੋਲ ਪਹੁੰਚਦਾ ਹੈ ਤੇ ਡਾਕਟਰ ਸਾਹਿਬ ਉਹਨੂੰ ਪੜ੍ਹਦੇ ਨੇ ਤੇ ਉਹ ਸਪੈਸ਼ਲ ਜਾਂਦੇ ਨੇ ਉਸ ਮਰੀਜ਼ ਦੇ ਰੂਮ ਦੇ ਵਿੱਚ ਔਰ ICU ਦੇ ਵਿੱਚ ਜਾਂਦੇ ਨੇ ਔਰ ਆਪਣੇ ਜਿੰਨਾ ਵੀ ਸਟਾਫ ਹੈ, ਉਹਨਾਂ ਦਾ ਮੈਨੇਜਰ ਤੱਕ, ਸਭ ਨੂੰ ਤਾਕੀਦ ਕਰਦੇ ਵੀ ਇਸ ਬੰਦੇ ਦੀ ਖਾਤਰਦਾਰੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਹੋਣੀ ਚਾਹੀਦੀ। ਔਰ ਖਬਰਦਾਰ ਜੇ ਕਿਸੇ ਨੇ ਇਹਦੇ ਕੋਲ 1 ਰੁਪਈਆ ਵੀ ਕਿਸੇ ਵੀ ਮੈਡੀਕਲ ਬਿੱਲ ਦਾ ਜਾਂ ਦਵਾਈਆਂ ਦਾ ਮੰਗਿਆ, ਇਹ ਭਾਵੇਂ 10 ਦਿਨ ਰਵੇ, 15 ਦਿਨ ਰਵੇ, ਇਹਦਾ ਕੋਈ ਵੀ ਖਰਚਾ ਇਹਦੇ ਤੋਂ ਕੋਈ ਹਿਸਾਬ ਨਹੀਂ ਮੰਗੇਗਾ। ਕਹਿੰਦੇ ਠੀਕ ਹੈ ਜੀ, 7 ਬਚਨ। ਸੋ ਇਲਾਜ ਚੱਲਿਆ, 15 ਦਿਨ ਬੀਤੇ, 15 ਦਿਨ ਬਾਅਦ ਉਹ ਮਰੀਜ਼ ਬਿਲਕੁਲ ਠੀਕ ਠਾਕ। ਹੁਣ ਡਾਕਟਰ ਜਿਹੜਾ ਕਿ ਉਸ ਹਸਪਤਾਲ ਦਾ ਮਾਲਕ ਵੀ ਸੀਗਾ, ਉਹਦੇ ਕਮਰੇ ਦੇ ਵਿੱਚ ਮੈਨੇਜਰ ਆਂਦਾ ਹੈ ਤੇ ਮੈਨੇਜਰ ਕਹਿੰਦਾ ਹੈ ਕਿ ਜਨਾਬ, ਉਸ ਮਰੀਜ਼ ਨੂੰ ਜਿਹਦੇ ਬਾਰੇ ਤੁਸੀਂ ਕਿਹਾ ਸੀ ਉਹ ਠੀਕ ਹੈ, ਉਹਨੂੰ ਡਿਸਚਾਰਜ ਕਰਨਾ, ਪਰ ਆ ਰਹੇ ਬਿੱਲ ਬਣਦਾ ਹੈ ਤਕਰੀਬਨ 5 ਲੱਖ ਦਾ। ਅੱਛਾ। ਤੇ ਡਾਕਟਰ ਜਿਹੜਾ ਕਿ ਹਸਪਤਾਲ ਦਾ ਮਾਲਕ ਵੀ, ਉਹ ਕਹਿੰਦਾ ਕਿ ਮੈਂ ਤੁਹਾਨੂੰ ਆਲਰੇਡੀ ਕਹਿ ਚੁੱਕਾ ਕਿ ਬਿੱਲ ਮੇਰੇ ਵੱਲੋਂ 5 ਲੱਖ ਦਾ ਹੋਵੇ ਭਾਵੇਂ 50 ਲੱਖ ਦਾ, ਇਹਦੇ ਕੋਲੋਂ 1 ਰੁਪਈਆ ਨਹੀਂ ਲੈਣਾ, ਛੁੱਟੀ ਦਿਓ ਇਹਨੂੰ। ਕਿਉਂ? ਉਹ ਕਹਿੰਦੇ ਇਦਾਂ ਕਿੱਦਾਂ ਵੀ, ਇਦਾਂ ਤੇ ਆਪਣਾ ਹਸਪਤਾਲ ਚੱਲੇਗਾ ਨਹੀਂ, ਪੱਠਾ ਬਹਿ ਜਾਏਗਾ ਵੀ, ਇਹ ਕਿੱਦਾਂ ਹੋ ਸਕਦਾ? ਉਹ ਕਹਿੰਦੇ ਨਹੀਂ, ਕਹਿੰਦੇ ਕੰਮ ਕਰੋ, ਉਸ ਮਰੀਜ਼ ਨੂੰ ਮੇਰੇ ਰੂਮ ਦੇ ਵਿੱਚ ਲੈ ਕੇ ਆਓ, ਮੈਂ ਉਹਨੂੰ ਮਿਲਣਾ ਚਾਹੁੰਦਾ। ਤੇ ਜਦੋਂ ਉਹ ਆਉਂਦਾ ਹੈ, ਮਰੀਜ਼ ਵੀਲ ਚੇਅਰ ਦੇ ਉੱਪਰ ਉਹਨੂੰ ਮਿਲਣ ਆਉਂਦਾ ਡਾਕਟਰ ਸਾਹਿਬ ਨੂੰ, ਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਨੂੰ ਕਹਿੰਦੇ ਨੇ ਕਿ ਤੁਹਾਡਾ ਕੋਈ ਵੀ ਬਿੱਲ ਨਹੀਂ ਅਸੀਂ ਚਾਰਜ ਕਰ ਰਹੇ, ਤੁਸੀਂ ਮੈਨੂੰ ਪਛਾਣਿਆ? ਉਹ ਕਹਿੰਦਾ ਕਿ ਨਹੀਂ, ਮੈਂ ਨਹੀਂ ਤੁਹਾਨੂੰ ਪਛਾਣਿਆ। ਕਹਿੰਦੇ ਗੌਰ ਨਾਲ ਦੇਖੋ ਪ੍ਰਵੀਨ ਜੀ, ਮੈਂ ਤੁਹਾਨੂੰ ਪਹਿਲਾਂ ਮਿਲ ਚੁੱਕਿਆ। ਤੇ ਉਹ ਸੁਣਦਾ ਵੀ, ਕਹਿੰਦਾ ਮੈਨੂੰ ਲੱਗ ਰਿਹਾ ਕਿ ਕਿਤੇ ਨਾ ਕਿਤੇ ਮੈਂ ਤੁਹਾਨੂੰ ਦੇਖਿਆ। ਉਹ ਕਹਿੰਦੇ ਯਾਦ ਕਰੋ, ਅੱਜ ਤੋਂ 10 ਸਾਲ ਪਹਿਲਾਂ ਮੈਂ ਆਪਣੀ ਫੈਮਿਲੀ ਦੇ ਨਾਲ ਕਿਤੇ ਘੁੰਮਣ ਨਿਕਲਿਆ ਸੀ। ਮੇਰੇ ਨਾਲ ਮੇਰੀ ਜਵਾਨ ਬੇਟੀ ਸੀ, ਮੇਰੀ ਵਾਈਫ ਸੀ, ਮੇਰਾ ਛੋਟਾ ਜਿਹਾ ਬੇਟਾ ਸੀਗਾ ਔਰ ਅਸੀਂ ਸੜਕ ਦੇ ਵਿਚਕਾਰ ਸਾਡੀ ਗੱਡੀ ਜਿਹੜੀ ਹੈ ਉਹ ਇੱਕਦਮ ਬੰਦ ਹੋ ਗਈ। ਸੁਨਸਾਨ ਸੜਕ, ਆਲੇ ਦੁਆਲੇ ਇੱਧਰ ਵੀ ਜੰਗਲ, ਇੱਧਰ ਵੀ ਜੰਗਲ ਔਰ ਰਾਤ ਦਾ ਹਨੇਰਾ ਹੌਲੀ ਹੌਲੀ ਜ਼ਿਆਦਾ ਵੱਧ ਰਿਹਾ ਸੀਗਾ ਔਰ ਉੱਥੇ ਕੋਈ ਵੀ ਨਹੀਂ ਸੀ ਜੋ ਸਾਡੀ ਗੱਡੀ ਦੀ ਰਿਪੇਅਰ ਕਰ ਸਕੇ। ਗੱਡੀ ਬਿਲਕੁਲ ਖਰਾਬ, ਅਸੀਂ ਡਰ ਰਹੇ ਸੀ ਕਿ ਕੋਈ ਵੀ ਆ ਕੇ ਲੁਟੇਰਾ ਸਾਨੂੰ ਇੱਥੇ ਪੈ ਸਕਦਾ ਹੈ। ਰੱਬ ਦੇ ਅੱਗੇ ਅਰਦਾਸਾਂ ਕਰ ਰਹੇ ਸੀ। ਅਚਾਨਕ ਤੋਂ ਤੁਸੀਂ ਸਾਡੇ ਲਈ ਮਸੀਹਾ ਬਣ ਕੇ ਆਏ, ਤੁਸੀਂ ਬਾਈਕ ਤੇ ਆਏ, ਆ ਕੇ ਸਾਡੀ ਗੱਡੀ ਠੀਕ ਕੀਤੀ ਔਰ ਤੁਸੀਂ ਕਿਹਾ ਕਿ ਸ਼ੁਕਰ ਕਰੋ ਮੈਂ ਵੀ ਇੱਕ ਕਾਰ ਮਕੈਨਿਕ ਆ ਔਰ ਤੁਸੀਂ ਸਾਡੀ ਗੱਡੀ ਠੀਕ ਕਰ ਦਿੱਤੀ। ਔਰ ਮੈਂ ਤੁਹਾਡਾ ਸ਼ੁਕਰ ਕਰਦਿਆਂ ਕਿਹਾ ਕਿ ਕਿੰਨੇ ਪੈਸੇ ਚਾਹੀਦੇ ਤੁਹਾਨੂੰ, ਤੁਸੀਂ ਇਸ ਵੇਲੇ ਮੇਰੀ ਜਾਨ ਹੀ ਬਚਾ ਦਿੱਤੀ ਇੱਕ ਤਰ੍ਹਾਂ ਦੇ ਨਾਲ, ਤੁਸੀਂ ਮੈਨੂੰ ਇਹ ਦੱਸੋ ਕਿੰਨੇ ਪੈਸੇ ਦੇਵਾਂ, ਮੇਰੀ ਗੱਡੀ ਤੁਸੀਂ ਠੀਕ ਕਰ ਦਿੱਤੀ ਹੈ। ਤੁਸੀਂ ਕਿਹਾ ਨਹੀਂ, ਕੋਈ ਰੁਪਈਆ ਨਹੀਂ, ਮੈਂ ਮੁਸੀਬਤ 'ਚ ਪਏ ਕਿਸੇ ਵੀ ਇਨਸਾਨ ਤੋਂ ਕੋਈ ਵੀ ਰੁਪਈਆ ਚਾਰਜ ਨਹੀਂ ਕਰਦਾ। ਤੁਹਾਡਾ ਕੱਲ੍ਹ ਦਾ ਕੰਮ, ਤੁਹਾਡੀ ਉਹ ਨੇਕੀ ਮੈਂ ਯਾਦ ਰੱਖੀ, ਉਹ ਲੈਸਨ ਯਾਦ ਰੱਖਿਆ ਕਿ ਮੁਸੀਬਤ 'ਚ ਪਏ ਇਨਸਾਨ ਤੋਂ ਕਦੇ ਵੀ 1 ਰੁਪਈਆ ਨਹੀਂ ਲੈਣਾ ਚਾਹੀਦਾ। ਪਰ ਅਫਸੋਸ ਸਾਡੇ ਇੱਥੇ ਇੱਦਾਂ ਹੁੰਦਾ ਹੈ ਕਿ ਜਦੋਂ ਕੋਈ ਮੁਸੀਬਤ ਦੇ ਵਿੱਚ ਪਿਆ ਹੁੰਦਾ, ਅਸੀਂ ਉਹਦੇ ਤੋਂ ਲੱਖਾਂ ਵੱਧ ਚਾਰਜ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਿਲਕੁਲ ਜੀ। ਔਰ ਖੈਰ, ਇਹ ਸਭ ਤੋਂ ਵੱਡਾ ਸੁਨੇਹਾ ਤਾਂ ਇਹੀ ਹੈ ਕਿ ਕੋਈ ਵੀ ਬੰਦਾ ਮੁਸੀਬਤ ਵਿੱਚ ਹੋਵੇ ਤਾਂ ਉਹਦੀ ਮਜਬੂਰੀ ਦਾ ਫਾਇਦਾ ਕਦੇ ਵੀ ਚੁੱਕਣਾ ਨਹੀਂ ਚਾਹੀਦਾ। ਵਾਕਈ ਜੋਗੀ ਜੀ, ਹਮੇਸ਼ਾ ਕੋਈ ਵੀ ਇਨਸਾਨ ਕਦੇ ਵੀ ਤੁਹਾਨੂੰ ਮਿਲਦਾ ਹੈ ਤੇ ਕੁਛ ਨਾ ਕੁਛ ਸਿਖਾ ਕੇ ਜਾਂਦਾ। ਬਿਲਕੁਲ ਜੀ, ਸਿਖਾ ਕੇ ਜਾਂਦਾ। ਇਸੇ ਤਰ੍ਹਾਂ ਹੀ ਡਾਕਟਰ ਵਾਲੀ ਸੇਮ ਸਟੋਰੀ ਆਪਣੇ ਕੋਲ ਵੀ ਹੈਗੀ ਹੈ। ਅੱਛਾ। ਹਾਂ, ਨਹੀਂ ਮੇਰੀ ਸਟੋਰੀ ਤਾਂ ਤੁਸੀਂ ਪਹਿਲੇ ਹੱਸਣ ਲੱਗ ਪਏ ਨੇ। ਹਾਂ, ਕਿਉਂਕਿ ਤੁਹਾਡੀਆਂ ਖੁਦ ਬਣਾਈਆਂ ਹੁੰਦੀਆਂ ਨਾ। ਨਹੀਂ ਦੇਖ, ਗੱਲ ਇਹ ਕਿ ਜ਼ਿੰਦਗੀ ਦੇ ਵਿੱਚ ਅਕਸਰ ਇਹ ਹੁੰਦਾ ਹੈ, ਦੁਨੀਆ ਜਿਹੜੀ ਹੈ ਨਾ
ਉਹ ਇਸ ਟੇਬਲ ਦੇ ਵਾਂਗੂ ਗੋਲ ਆ, ਬਿਲਕੁਲ ਸਹੀ। ਹਨਾ। ਔਰ ਜਦੋਂ ਇੱਥੋਂ ਸ਼ੁਰੂ ਹੋਣੀ ਆ ਉਹ ਘੁੰਮ ਘੁਮਾ ਕੇ ਇੱਥੇ ਮੁੜ ਕੇ ਫਿਰ ਇੱਥੇ ਹੋਣੀ ਆ। ਜਿੱਦਾਂ ਘੜੀ ਦੀਆਂ ਸੂਈਆਂ ਚਲਦੀਆਂ ਆ, ਉਹ ਘੁੰਮ ਘੁਮਾ ਕੇ ਫਿਰ ਇੱਕ ਥਾਂ ਤੇ ਇਕੱਠੀਆਂ ਹੁੰਦੀਆਂ। ਕਰਮਾ ਜਿਹੜਾ ਹੈ ਨਾ ਜੋਗੀ ਜੀ, ਕਰਮ ਦੇ ਵਿੱਚ ਜੇ ਲੋਕ ਵਿਸ਼ਵਾਸ ਕਰਦੇ ਨੇ, ਬਹੁਤ ਸਾਰੇ ਲੋਕ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਹੈ ਨਾ ਕਹਿੰਦੇ ਨੇ ਕਿ ਵੀ ਬਲੀਵ ਇਨ ਕਰਮਾ। ਕਰਮ ਜਿਹੜਾ ਹੈ ਤੁਸੀਂ ਜੋ ਅਸੀਂ ਕਰਮੇ ਦੇ ਵਿੱਚ ਯਕੀਨ ਨਹੀਂ ਕਰਦੇ। ਉਹ ਸਾਡੇ ਪਿੰਡ ਵਾਲਾ ਕਰਮਾ ਜਿਹੜਾ ਨਾ ਉਹਦਾ ਕੰਮ ਕੋਈ ਹੋਰ ਸੀ। ਉਹ ਕਰਮ ਨੂੰ ਨਾ ਅੰਗਰੇਜ਼ੀ ਚ ਕਰਮਾ ਕਹਿੰਦੇ ਨੇ। ਮੈਂ ਕਿਹੜਾ ਅੰਗਰੇਜ਼ੀ ਦਾ ਪ੍ਰੋਫੈਸਰ ਰਿਹਾ ਆ। ਖੈਰ ਸਟੋਰੀ ਜਿਹੜੀ ਆ, ਕਹਾਣੀ ਜਿਹੜੀ ਆ, ਵਾਕਿਆ ਜਿਹੜਾ ਆ, ਉਹ ਇਦਾਂ ਹੁੰਦਾ ਹੈ ਜੀ। ਡਾਕਟਰ ਦੇ ਕੋਲ ਇੱਕ ਮਰੀਜ਼ ਆਉਂਦਾ ਐਮਰਜੈਂਸੀ ਦੇ ਵਿੱਚ। ਅੱਛਾ। ਡਾਕਟਰ ਨੂੰ ਫੋਨ ਜਾਂਦਾ ਘਰ ਹੁੰਦਾ, ਡਾਕਟਰ ਤੇ ਕਹਿੰਦੇ ਡਾਕਟਰ ਸਾਹਿਬ ਐਮਰਜੈਂਸੀ ਆ, ਫਟਾਫਟ ਆ ਜਾਓ, ਜ਼ਰੂਰਤ ਹੈ ਤੁਹਾਡੀ ਜੀ। ਡਾਕਟਰ ਆਪਣੀ ਕਾਰ ਚੱਕਦਾ ਉਸੇ ਵੇਲੇ ਹੀ ਸਿੱਧਾ ਹੀ ਹਸਪੀਟਲ ਪਹੁੰਚਦਾ। ਕਹਿੰਦੇ ਵੀ ਕੀ ਚੱਕਰ ਹੈ? ਕਹਿੰਦਾ ਜੀ ਇੱਕ ਬੰਦੇ ਦਾ ਐਕਸੀਡੈਂਟ ਹੋਇਆ। ਕਹਿੰਦਾ ਉਹਦਾ ਠੀਕ ਹੈ? ਕਹਿੰਦੇ ਠੀਕ ਆ, ਬਸ ਲੱਤਾਂ ਬਾਹਾਂ ਥੋੜ੍ਹੀਆਂ ਜਿਹੀਆਂ ਟੁੱਟੀਆਂ, ਅੱਛਾ, ਵੀ ਬਾਕੀ ਓਕੇ ਆ, ਕੋਈ ਡਰ ਵਾਲੀ ਗੱਲ ਹੈ ਨਹੀਂ। ਕਹਿੰਦਾ ਫਟਾਫਟ ਤੁਸੀਂ ਆਪਰੇਸ਼ਨ ਦੀ ਤਿਆਰੀ ਕਰੋ। ਲਓ ਜੀ, ਆਪਰੇਸ਼ਨ ਥੀਏਟਰ ਦੇ ਵਿੱਚ ਲੈ ਕੇ ਜਾਂਦੇ ਡਾਕਟਰ ਸਾਹਿਬ। ਜਾਂਦੇ ਆ ਤਿਆਰ ਤਿਉਰ ਹੋ ਕੇ, ਮੂੰਹ ਤੇ ਲਗਾਇਆ ਹੁੰਦਾ ਮਾਸਕ ਜਿਹਾ। ਜਦੋਂ ਆਪਰੇਸ਼ਨ ਥੀਏਟਰ ਤੇ ਜਾ ਕੇ ਦੇਖਦੇ ਆ ਬੰਦੇ ਨੂੰ, ਮਾਸਕ ਇਹਦਾ ਥੱਲੇ ਨੂੰ ਕਰਦੇ ਆ, ਨਾਲ ਦੇ ਆਪਣੇ ਅਸਿਸਟੈਂਟ ਨੂੰ ਬੋਲਦੇ ਆ, ਠੀਕ ਹੈ, ਜਿਹੜਾ ਉਹਦਾ ਪਾਰਟਨਰ ਵੀ ਹੁੰਦਾ ਹੈ। ਕਹਿੰਦਾ ਗੌਰ ਸੇ ਦੇਖੋ ਇਸ ਆਦਮੀ ਕੋ, ਪਛਾਣਿਆ ਇਹਨੂੰ? ਕਹਿੰਦੇ ਜੀ ਡਾਕਟਰ ਸਾਹਿਬ ਪਛਾਣਿਆ ਨਹੀਂ ਮੈਂ। ਕਹਿੰਦਾ ਧਿਆਨ ਨਾਲ ਦੇਖ। ਉਹ ਕਹਿੰਦਾ ਜੀ ਪਛਾਣ 'ਚ ਨਹੀਂ ਆ ਰਿਹਾ। ਉਹਨਾਂ ਨੇ ਰੂੰ ਦੇ ਨਾਲ ਉਹਦਾ ਮੂੰਹ ਮਾਂ ਸਾਫ਼ ਕੀਤਾ, ਖੂਨ ਜਿਹੜਾ ਲੱਗਾ ਹੋਇਆ ਸੀਗਾ। ਕਹਿੰਦਾ ਹੁਣ ਦੇਖ। ਕਹਿੰਦਾ ਹਾਂ, ਇਹ ਤੇ ਉਹੀ ਬੰਦਾ ਜਿਹਨੇ ਆਪਾਂ ਨੂੰ ਬੈਂਕ ਦੇ ਵਿੱਚ ਲੋਨ ਦੇਣ ਤੋਂ ਮਨਾ ਕੀਤਾ ਸੀ। ਜਦੋਂ ਇੰਨੀ ਗੱਲ ਕਹੀ, ਅੱਧੀ ਜਾਤ ਬੰਦੇ ਦੀ ਉਦੋਂ ਹੀ ਨਿਕਲ ਗਈ। ਬਾਕੀ ਕਹਿੰਦਾ ਘਬਰਾ ਨਾ ਯਾਰ, ਹਾਲੇ ਲੋਨ ਹੋਰ ਵੀ ਚਾਹੀਦਾ ਸਾਨੂੰ, ਕਰ ਦਿੰਦੇ ਤੈਨੂੰ, ਠੀਕ ਆ, ਪਰ ਤੂੰ ਕੱਲ ਨੂੰ ਸਾਡਾ ਲੋਨ ਜ਼ਰੂਰ ਪਾਸ ਕਰ ਦੇ। ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਹਰ ਡਿਪਾਰਟਮੈਂਟ ਦੇ ਵਿੱਚ ਕੁਝ ਲੋਕ ਇਸ ਤਰ੍ਹਾਂ ਦੇ ਵੀ ਮਿਲ ਜਾਂਦੇ ਨੇ ਜਿਹੜੇ ਕਿ ਖਾਮ-ਖਾਹ ਸਾਨੂੰ ਪਰੇਸ਼ਾਨ ਕਰਦੇ ਨੇ। ਇਸੇ ਤਰ੍ਹਾਂ ਸਾਨੂੰ ਡਰਾਉਂਦੇ ਨੇ, ਧਮਕਾਉਂਦੇ ਨੇ, ਔਰ ਵਾਰ-ਵਾਰ ਸਾਨੂੰ ਅਹਿਸਾਸ ਦਿਵਾਉਂਦੇ ਨੇ, ਔਰ ਉਸ ਜਗ੍ਹਾ ਤੇ ਲਿਜਾ ਕੇ ਕਿ ਜਿੱਥੇ ਸਾਨੂੰ ਧਰਵਾਸ ਦੀ ਲੋੜ ਹੁੰਦੀ ਹੈ, ਉੱਥੇ ਡਰਾ ਕੇ ਕਹਿੰਦੇ ਨੇ ਕਿ ਦੇਖਿਆ ਹੁਣ ਆਇਆ ਨਾ ਫਿਰ ਊਠ ਪਹਾੜ ਦੇ ਥੱਲੇ। ਜੋਗੀ ਜੀ, ਜਿਹੜੀ ਸਿਆਸਤ ਹੈ ਨਾ, ਇਹਦੀ ਵੀ ਅੱਜ ਤੱਕ ਕਿਸੇ ਨੂੰ ਸਮਝ ਨਹੀਂ ਆਈ। ਨਹੀਂ ਜੀ, ਨਹੀਂ ਜੀ, ਖਾਸ ਕਰਕੇ ਸਾਨੂੰ ਆਮ ਲੋਕਾਂ ਨੂੰ, ਸਾਨੂੰ ਤੇ ਆਈ ਨਹੀਂ। ਅਸੀਂ ਕਿੱਥੋਂ ਸੋਚਦੇ ਹਾਂ, ਔਰ ਉਹ ਜਿਹੜੇ ਉੱਪਰ ਬੈਠੇ ਨੇ ਉਹ ਕਿੱਥੋਂ ਸੋਚਦੇ ਨੇ ਜੀ। ਅਸੀਂ ਕਿਸੇ ਬੰਦੇ ਨੂੰ ਜਿਤਾਉਣ ਦੀ ਸੋਚਦੇ ਹਾਂ, ਉਹ ਉੱਪਰ ਬੈਠੇ ਉਸੇ ਬੰਦੇ ਨੂੰ ਹਰਾਉਣ ਦੀ ਵੀ ਸੋਚ ਰਹੇ ਹੁੰਦੇ ਨੇ। ਬਿਲਕੁਲ ਸਹੀ। ਸਾਨੂੰ ਨਹੀਂ ਪਤਾ ਇਸ ਬਾਬਤ ਕੀ ਹੁੰਦਾ ਕੀ ਨਹੀਂ ਹੁੰਦਾ, ਕਿਉਂਕਿ ਸਿਆਸਤ ਜਿਹੜੀ ਹੈ ਨਾ ਬੜੀ ਦੂਰ ਦੀ ਗੱਲ ਆ, ਔਰ ਉਸ ਥਾਂ ਤੀਕਰ ਸਾਡੇ ਲਈ ਪਹੁੰਚਣਾ ਤਾਂ ਹੀ ਸੰਭਵ ਆ ਜੇਕਰ ਅਸੀਂ ਇਹਦੇ ਬਿਲਕੁਲ ਕਰੀਬ ਜਾਵਾਂਗੇ, ਇਹਦੇ ਅੰਦਰ ਜਾਵਾਂਗੇ। ਪਰ ਆਮ ਤੌਰ ਤੇ ਸਾਡੇ ਪਤਾ ਕੀ ਇੱਕ ਰਿਵਾਜ ਚੱਲਦਾ ਹੈ, ਜਿਹੜੇ ਪੜ੍ਹੇ ਲਿਖੇ ਲੋਕ ਨੇ, ਜਿਹੜੇ ਚੰਗੇ ਕਾਬਲ ਲੋਕ ਨੇ, ਉਹ ਕਹਿੰਦੇ ਨੇ ਦਫਾ ਕਰੋ, ਅਸੀਂ ਕੀ ਲੈਣਾ ਸਿਆਸਤ ਤੋਂ, ਅਸੀਂ ਕੀ ਕਰਨੀ ਸਿਆਸਤ ਜੀ। ਤੇ ਜਿਹੜੇ ਅਨਪੜ੍ਹ ਨੇ, ਜਿਨ੍ਹਾਂ ਨੂੰ ਕੋਈ ਚਾਹੁੰਦਾ ਹੀ ਨਹੀਂ ਹੈਗਾ, ਉਹ ਕਹਿੰਦੇ ਨੇ ਕਿ ਸਾਨੂੰ ਮੌਕਾ ਦੇ ਦਿਓ। ਜਦੋਂ ਅਸੀਂ ਉਹਨਾਂ ਨੂੰ ਮੌਕਾ ਦੇ ਦਿੰਦੇ ਹਾਂ, ਫਿਰ ਆਮ ਤੌਰ ਤੇ ਨਾ ਇੱਕ ਵਾਰੀ ਕਿਸੇ ਨੇ ਆਪਣੇ ਪੁੱਛਿਆ, ਕਹਿੰਦੇ ਵੀ ਹਾਂ ਬਈ ਤੇਰੇ ਕਿੰਨੇ ਜਵਾਕ ਆ? ਕਹਿੰਦਾ 4। ਕਹਿੰਦਾ ਅੱਛਾ 4, ਤੇ ਕੀ ਕਰਦੇ ਆ, ਕੀ ਕੀਤਾ ਉਹਨਾਂ ਨੇ? ਕਹਿੰਦਾ ਜੀ ਇੱਕ ਹੈਗਾ MBA, ਇੱਕ ਨੇ BCA ਕੀਤੀ ਹੈ, ਇੱਕ ਕੰਪਿਊਟਰ ਇੰਜੀਨੀਅਰ ਆ, ਤੇ ਇੱਕ ਹੈਗਾ ਜੇਬ ਕਤਰਾ। ਅੱਛਾ। ਕਹਿੰਦਾ ਜੇਬ ਕਤਰਾ, ਫਿਰ ਯਾਰ ਉਹਨੂੰ ਘਰੋਂ ਬਾਹਰ ਕੱਢੋ। ਕਹਿੰਦਾ ਹੱਦ ਕਰਦਾ, ਦਿਮਾਗੋਂ ਪੈਦਲਿਆ, ਘਰੋਂ ਬਾਹਰ ਕੱਢੋ। ਕਹਿੰਦਾ ਜੇਬ ਕਤਰੇ ਕਰਕੇ ਤਾਂ ਘਰ ਦਾ ਕੰਮ ਚੱਲਦਾ, ਬਾਕੀ ਤਾਂ ਸਾਰੇ ਬੇਰੁਜ਼ਗਾਰ ਹੀ ਆ। ਸਾਡੇ ਇੱਥੇ ਜਿਹੜੇ ਪੜ੍ਹੇ ਲਿਖੇ ਬੇਰੁਜ਼ਗਾਰ, ਉਹ ਅਨਪੜ੍ਹਾਂ ਨੂੰ ਵੋਟ ਪਾ ਕੇ ਆਪਣੀਆਂ ਜੇਬਾਂ ਕਟਵਾਉਣ ਦੇ ਲਈ ਉਹ ਉਹਨਾਂ ਨੂੰ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਭੇਜਦੇ ਆ ਜੀ। ਸਾਡੇ ਲਈ ਇਹ ਸਭ ਤੋਂ ਵੱਡੀ ਤਰਾਸਦੀ ਆ। ਹੁਣ ਦੇਖੋ ਸਾਡੇ ਇੱਥੇ ਕੀ ਹੁੰਦਾ, ਅਸੀਂ ਪੜ੍ਹੇ ਲਿਖੇ ਲੋਕ ਜਿਹੜੇ ਆ ਨਾ, ਉਹ ਬੇਰੁਜ਼ਗਾਰ ਤੁਰੇ ਫਿਰਦੇ ਆ। ਇਹੀ ਲੋਕ ਜਹਾਜ਼ ਫੜ ਕੇ ਕੈਨੇਡਾ ਪਹੁੰਚ ਜਾਂਦੇ ਆ, ਅਮਰੀਕਾ ਪਹੁੰਚ ਜਾਂਦੇ, ਇੰਗਲੈਂਡ ਪਹੁੰਚ ਜਾਂਦੇ ਆ। ਕਹਿਣ ਦਾ ਮਤਲਬ ਇਹ ਹੈ ਕਿ ਉੱਧਰਲੇ ਮੁਲਕਾਂ ਨੂੰ, ਕੈਨੇਡਾ ਨੂੰ, ਅਮਰੀਕਾ ਨੂੰ, ਇੰਗਲੈਂਡ ਨੂੰ, ਹੋਰ ਬਹੁਤ ਸਾਰੇ ਮੁਲਕਾਂ ਨੂੰ ਉੱਧਰ ਮਿਲਦੀ ਆ ਪੜ੍ਹੀ ਲਿਖੀ ਲੇਬਰ ਜੀ। ਇੱਧਰ ਜਿਹੜੇ ਆ ਨਾ ਅਨਪੜ੍ਹ ਜਿਹੜੇ ਲੋਕ ਆ, ਉਹ ਸਾਡੇ ਤੇ ਰਾਜ ਕਰਦੇ ਆ। ਸਾਰੇ ਨਹੀਂ, ਪਰ ਫਿਰ ਵੀ ਬਹੁਤਾਤ ਗਿਣਤੀ ਦੇ ਵਿੱਚ ਅਨਪੜ੍ਹ ਲੋਕ ਸਾਡੇ ਤੇ ਰਾਜ ਕਰਦੇ ਆ। ਪੜ੍ਹਿਆਂ ਲਿਖਿਆਂ ਨੂੰ ਮਗਰ ਡਾਇਰੀਆਂ ਚੱਕ ਕੇ ਉਹਨਾਂ ਨੂੰ ਤੋਰੀ ਫਰਾਉਂਦੇ ਆ, ਔਰ ਉਸ ਤੋਂ ਬਾਅਦ ਹੁਣ ਸਾਡਾ ਫਿਰ ਜੇਕਰ ਅਨਪੜ੍ਹ ਲੋਕਾਂ ਦੇ ਹੱਥ ਦੇ ਵਿੱਚ ਅਸੀਂ ਕਿਸੇ ਨੂੰ ਕੋਈ ਫੜਾ ਦਈਏ ਗੱਡਾ। ਇੱਥੇ ਮੈਂ ਇੱਕ ਤੁਹਾਨੂੰ ਪੁਰਾਣੀ ਸਟੋਰੀ, ਕਹਾਣੀ, ਚੁਟਕਲਾ ਇੱਕ ਸੁਣਾਉਣਾ ਚਾਹੁੰਦਾ। ਕੋਈ ਨਾ ਲੀਡਰ ਕਿਸੇ ਪਾਰਟੀ ਦੇ ਵਿੱਚ ਚਲਾ ਗਿਆ, ਪਾਰਟੀ ਦੇ ਵਿੱਚ ਚਲਾ ਗਿਆ, ਉੱਥੇ ਜਾ ਕੇ ਉਹਨੇ 5-7 ਪੈਗ ਲਾ ਲਏ। ਅੱਛਾ। ਸ਼ਰਾਬੀ ਹੋ ਗਿਆ।
ਸ਼ਰਾਬੀ ਹੋ ਗਿਆ, ਗੱਡੀ ਦੇ ਵਿੱਚ ਆਣ ਕੇ ਬੈਠਣ ਲੱਗਾ ਤੇ ਡਰਾਈਵਰ ਵਾਲੀ ਤਾਕੀ ਖੋਲ ਲਈ। ਡਰਾਈਵਰ ਨਾਲ ਟਕਿਆ ਆ, ਉਹ ਕਹਿੰਦਾ ਜਨਾਬ ਇਹ ਕੀ ਕਰਨ ਲੱਗੇ, ਮਗਰ ਬੈਠੋ ਤੁਸੀਂ। ਕਹਿੰਦਾ ਨਹੀਂ ਬਈ ਅੱਜ ਗੱਡੀ ਮੈਂ ਚਲਾऊं। ਅੱਛਾ। ਡਰਾਈਵਰ ਹੱਥ ਜੋੜ ਕੇ ਖੜਾ ਹੋ ਗਿਆ। ਕਹਿੰਦਾ ਜਨਾਬ ਇਹ ਕਾਰ ਆ, ਸਰਕਾਰ ਨਹੀਂ, ਜਿਹੜੀ ਉਦਾਂ ਹੀ ਚੱਲ ਜੂ। ਤੇ ਸਾਡੇ ਵਾਲੇ ਉਦਾਂ ਹੀ ਇਹ ਸੱਤਾ ਦੇ ਨਸ਼ੇ ਦੇ ਵਿੱਚ, ਉਸੇ ਸਰੂਰ ਦੇ ਵਿੱਚ ਇਹ ਸਰਕਾਰਾਂ ਚਲਾ ਰਹੇ ਨੇ। ਇਸ ਤਰ੍ਹਾਂ ਸਰਕਾਰਾਂ ਚਲਾ ਰਹੇ ਨੇ ਕਿ ਸਾਡੇ ਦੇਸ਼ ਨੂੰ ਪਤਾ ਨਹੀਂ ਕਦੋਂ ਇਹ ਖੂਹ ਖਾਤੇ ਦੇ ਵਿੱਚ ਸੁੱਟ ਦੇਣ, ਕੋਈ ਭਰੋਸਾ ਨਹੀਂ। ਬਿਲਕੁਲ ਜੀ। ਔਰ ਜੇ ਗੱਲ ਕਰੀਏ ਉਧਰ ਬਿਕਰਮ ਮਜੀਠੀਆ ਹੋਰਾਂ ਦੀ, ਜੋ ਅੱਜ ਕੱਲ ਪੁਲਿਸ ਤੋਂ ਭੱਜਦੇ ਫਿਰ ਰਹੇ ਨੇ ਔਰ ਕਿਹਾ ਜਾ ਰਿਹਾ ਸਰਕਾਰ ਵੱਲੋਂ ਕਿ ਨਸ਼ੇ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਫੜਿਆ ਗਿਆ। ਸਮਝ ਨਹੀਂ ਆਉਂਦੀ ਵੀ ਸਾਰੇ ਦੇ ਸਾਰੇ ਮੁੱਦੇ ਆ ਹੁਣ 2 ਮਹੀਨੇ ਪਹਿਲਾਂ ਕਿਉਂ ਚੇਤਾ ਆ ਗਏ? ਜੀ ਜੀ ਜੀ, ਇੰਨੀ ਦੇਰ ਪਹਿਲਾਂ ਗ੍ਰਿਫਤਾਰੀ ਆਨਨ ਫਾਨਨ ਦੇ ਵਿੱਚ ਹੁਣ ਕਿਉਂ ਹੋ ਰਹੀ ਹੈ? ਪਹਿਲਾਂ ਕਿੱਥੇ ਸੀ? ਤੁਸੀਂ 3 DGP ਬਦਲ ਦਿੱਤੇ ਜੀ, ਠੀਕ ਹੈ ਨਾ, ਤੇ ਤੁਸੀਂ ਮੁੱਖ ਮੰਤਰੀ ਬਦਲ ਦਿੱਤਾ, ਤੁਸੀਂ ਸਾਰਾ ਹੀ ਲਾਮ ਲਸ਼ਕਰ ਬਦਲ ਦਿੱਤਾ। ਜੇਕਰ ਮਜੀਠੀਆ ਦੋਸ਼ੀ ਸੀ ਤਾਂ ਇਹਨੂੰ ਛੱਡਿਆ ਕਿਉਂ ਜੀ? ਪਹਿਲਾਂ ਕਿਉਂ ਨਹੀਂ ਫੜਿਆ? ਉਦੋਂ ਕੈਪਟਨ ਸਾਹਿਬ ਸੀ ਨਾ ਜਿਹੜੇ ਅੱਜ ਉਹਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਨੇ। ਇਹ ਕੈਪਟਨ ਸਾਹਿਬ ਨੇ ਖੁਦ ਕਿਹਾ, ਕਹਿੰਦਾ ਯਾਰ ਜੇਕਰ ਉਹਦੇ ਖਿਲਾਫ ਕੋਈ ਸਬੂਤ ਹੁੰਦੇ ਤੇ ਮੈਂ ਪਹਿਲਾਂ ਫੜ ਲੈਂਦਾ। ਠੀਕ ਹੈ ਨਾ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਜੋ ਮਰਜ਼ੀ ਕਰ ਲਓ, ਜਿੱਦਾਂ ਮਰਜ਼ੀ ਕਰ ਲਓ। ਇਸ ਮਾਮਲੇ ਨੂੰ ਲੈ ਕੇ ਕਿਤੇ ਇਹ ਨਾ ਹੋਵੇ ਕਿ ਮਜੀਠੀਆ ਸਾਹਿਬ ਇਹ ਜ਼ੀਰੋ ਕਰਨ ਨੂੰ ਫਿਰਦੇ ਨੇ, ਕਿਤੇ ਹੀਰੋ ਬਣ ਕੇ ਬਾਹਰ ਨਾ ਨਿਕਲੇ ਹੋਣ। ਕੱਲ ਨੂੰ ਕਿਤੇ ਉਹ ਪਹਿਲੀ ਜ਼ਮਾਨਤ, ਜਦੋਂ ਪਹਿਲੀ ਪੇਸ਼ੀ ਦੇ ਵਿੱਚ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਆ ਜਾਂ 1-2 ਪੇਸ਼ੀਆਂ ਪੈ ਕੇ ਉਹ ਬਰੀ ਹੋ ਜਾਂਦੇ ਸਬੂਤਾਂ ਦੀ ਘਾਟ ਦੇ ਵਿੱਚ, ਤਾਂ ਫਿਰ ਇਹ ਸਰਕਾਰ ਜਵਾਬਦੇਹ ਹੈ ਕਿ ਕੱਲ ਨੂੰ ਇਹ ਆਪਣੇ, ਜੇਕਰ ਮੰਨ ਲਓ ਇਹ MLA ਵੀ ਬਣੇ ਹੋਏ ਤਾਂ ਇਹ ਅਸਤੀਫੇ ਦੇਣਗੇ ਕਿ ਸਾਡੇ ਕੋਲੋਂ ਗਲਤੀ ਹੋ ਗਈ ਹੈ। ਗੱਲ ਇੱਥੇ ਹੈ ਕਿ ਸਾਨੂੰ ਚਾਹੀਦਾ ਹੈ ਪੰਜਾਬ ਦੇ ਵਾਸਤੇ ਵਿਕਾਸ, ਪੰਜਾਬ ਦੇ ਸਕੂਲਾਂ ਦਾ ਵਿਕਾਸ ਹੋਵੇ, ਪੰਜਾਬ ਦੇ ਹਸਪਤਾਲਾਂ ਦਾ ਵਿਕਾਸ ਹੋਵੇ, ਪੰਜਾਬ ਦਾ ਇਨਫਰਾਸਟ੍ਰਕਚਰ ਵਧੀਆ ਹੋਵੇ, ਪੰਜਾਬ ਦੇ ਹਰ ਇੱਕ ਮੁਲਾਜ਼ਮ ਵਰਗ ਨੂੰ ਖੁਸ਼ ਰੱਖਿਆ ਜਾਵੇ। ਪਰ ਇੱਥੇ ਇਹ ਆਪਣੀਆਂ ਹੀ ਸਿਆਸੀ ਕਿੜਾਂ ਕੱਢਦੇ ਆ। ਇਸੇ ਤਰ੍ਹਾਂ ਦੀ ਸਿਆਸੀ ਲੜਾਈ ਜਦ ਸੁਪਰੀਮ ਕੋਰਟ ਦੇ ਵਿੱਚ ਪਹੁੰਚਦੀ ਹੈ, ਸੁਪਰੀਮ ਕੋਰਟ ਦੀ ਟਿੱਪਣੀ ਹੈ ਕਿ ਆਪਣੀਆਂ ਲੜਾਈਆਂ ਆਪਣੇ ਤੱਕ ਹੀ ਰੱਖੋ। ਸਿਆਸੀ ਕਿੜ ਦੀ ਗੱਲ ਤੁਸੀਂ ਕਰਦੇ ਹੋ ਜੋਗੀ ਜੀ, ਤੇ ਸਿਆਸੀ ਕਿੜ ਜਿਹੜੀ ਹੈ ਉਹ ਕਾਂਗਰਸ ਦੇ ਵਿੱਚ ਆਪਸ ਦੇ ਵਿੱਚ ਨਿਕਲ ਰਹੀ ਹੈ ਜੀ। ਰਾਣਾ ਗੁਰਜੀਤ ਸਿੰਘ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕਿਰਾਏ ਦਾ ਪ੍ਰਧਾਨ ਕਹਿੰਦੇ ਨੇ। ਬਿਲਕੁਲ ਜੀ, ਕਹਿੰਦੇ ਨੇ ਕਿ ਇਹ ਕਿਰਾਏ ਦਾ ਬੰਦਾ ਕੀ ਸਾਨੂੰ ਵਧੀਆ ਅੱਗੇ ਲੈ ਕੇ ਜਾਊਗਾ। ਦੇਖੋ ਇਹ ਨਵਜੋਤ ਸਿੰਘ ਸਿੱਧੂ ਪ੍ਰਧਾਨ ਸਾਹਿਬ ਨੇ ਕਾਂਗਰਸ ਦੇ ਪੰਜਾਬ ਦੇ। ਕਹਿਣ ਦਾ ਮਤਲਬ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਹੁਣ ਜੋ ਮੂੰਹ ਆਇਆ ਬੋਲੀ ਜਾਂਦੇ ਨੇ। ਇੱਥੋਂ ਤੱਕ ਕਿ ਇੰਨੀ ਜ਼ਿਆਦਾ ਹੜਬੜਾਹਟ ਆ। ਤੁਹਾਡੀ ਸਰਕਾਰ ਹੈ ਯਾਰ, ਤੁਸੀਂ ਵਿਰੋਧੀ ਧਿਰ ਦੇ ਵਿੱਚ ਥੋੜ੍ਹਾ ਬੈਠੇ ਹੋ। ਤੁਸੀਂ ਵਾਰ-ਵਾਰ ਕਹਿੰਦੇ ਹੋ ਮੇਰੇ ਹੱਥ ਦੇ ਵਿੱਚ ਕੋਈ ਤਾਕਤ ਹੈ ਨਹੀਂ, ਤਾਕਤ ਹੈ ਨਹੀਂ। ਤਾਕਤ ਕਿਉਂ ਨਹੀਂ ਹੈਗੀ? ਇੱਕ ਪਾਸੇ ਤੁਸੀਂ ਪ੍ਰਧਾਨ ਹੋ, ਦੂਸਰੇ ਪਾਸੇ ਤੁਸੀਂ MLA ਵੀ ਹੋ, ਤੁਸੀਂ ਮਿਨਿਸਟਰ ਰਹਿ ਚੁੱਕੇ ਹੋ। ਤੁਹਾਡੇ ਹੱਥ ਪਾਵਰ ਕਿਉਂ ਨਹੀਂ ਹੈਗੀ? ਜੇਕਰ ਤੁਸੀਂ ਸੁਲਹ ਸਫਾਈ ਦੇ ਨਾਲ, ਆਪਸੀ ਸਲਾਹ ਮਸ਼ਵਰੇ ਦੇ ਨਾਲ ਸਰਕਾਰ ਨੂੰ ਚਲਾਵੋ ਤੇ ਤੁਹਾਡੇ ਹੱਥ ਹੀ ਪਾਵਰ ਹੈ। ਬਿਲਕੁਲ ਸਹੀ। ਤੁਸੀਂ ਹੀ ਸਰਕਾਰ ਨੂੰ ਕਮਾਂਡ ਕਰ ਰਹੇ ਹੋ ਤੇ ਤੁਸੀਂ ਹਰ ਇੱਕ ਥਾਂ ਤੇ ਜਾ ਕੇ, ਕਾਂਗਰਸੀ ਬੜੇ ਅੱਕੇ ਪਏ ਨੇ ਉਹਨਾਂ ਦੇ ਕੋਲੋਂ ਜੀ। ਕਾਂਗਰਸੀ ਕਹਿੰਦੇ ਨੇ ਕਿ ਹਰ ਥਾਂ ਤੇ ਜਾ ਕੇ ਨਵਜੋਤ ਸਿੰਘ ਸਿੱਧੂ ਸੰਕੇਤਕ ਤੌਰ ਦੇ ਉੱਪਰ ਸੀਟਾਂ ਅਨਾਉਂਸ ਕਰ ਰਹੇ ਨੇ ਜੀ। ਹਾਈ ਕਮਾਨ ਕਹਿੰਦੀ ਹੈ ਕਿ ਹਲੇ ਚੋਣ ਜ਼ਾਬਤਾ ਲੱਗ ਲੈਣ ਦਿਓ, ਅਸੀਂ ਫੇਰ ਸੀਟਾਂ ਅਨਾਉਂਸ ਕਰਾਂਗੇ। ਪਰ ਉਧਰ ਉਹ ਕਹਿੰਦੇ ਨੇ ਕਿ ਹਾਂ ਜੋ ਮੈਂ ਕਹਿਤਾ ਉਹੀ ਹੈ। ਰਾਣਾ ਗੁਰਜੀਤ ਸਿੰਘ ਦਾ ਮੁੰਡਾ ਸੁਲਤਾਨਪੁਰ ਲੋਧੀ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹੋਇਆ ਜੀ। ਉਹਨੇ ਕਹਿਤਾ ਕਿ ਨਵਤੇਜ ਸਿੰਘ ਚੀਮਾ ਨੂੰ ਅਸੀਂ ਹਰਾਉਣਾ, ਅਸੀਂ ਆਪਣੇ ਆਪ ਨੂੰ ਪਲਾਂਟ ਕਰ ਲਈ। ਉਹਨਾਂ ਨੇ ਕਰ ਦਿੱਤਾ, ਉੱਥੇ ਦਫ਼ਤਰ ਵੀ ਖੋਲਿਆ, ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ। ਉਸ ਤੋਂ ਬਾਅਦ ਰੈਲੀ ਹੁੰਦੀ ਸੁਲਤਾਨਪੁਰ ਲੋਧੀ ਦੇ ਵਿੱਚ, ਵੱਡੀ ਰੈਲੀ ਹੁੰਦੀ ਹੈ ਤੇ ਉੱਥੇ ਉਹਨਾਂ ਨੇ ਕਿਹਾ ਨਵਜੋਤ ਸਿੰਘ ਸਿੱਧੂ ਨੇ ਕਿ ਆਹ ਮੁੰਡਾ ਜਿਹੜਾ ਪੀਲੀ ਜੈਕਟ ਪਾ ਕੇ ਖੜਾ ਇਹ ਥਾਣੇਦਾਰ ਨੂੰ ਦਬਕਾ ਮਾਰੇ ਤੇ ਥਾਣੇਦਾਰ ਦੀ ਪੈਂਟ ਗਿੱਲੀ ਹੋ ਜਾਵੇ। ਲਾਹਨਤ ਹੈ ਫਿਰ ਸਾਡੇ ਤੇ ਕਿ ਜੇਕਰ ਸਾਡੇ MLA ਸਾਡੀ ਪੁਲਿਸ ਨੂੰ ਪੈਂਟਾਂ ਗਿੱਲੀਆਂ ਕਰਵਾਉਣ ਤੇ ਤੁਰ ਪਏ ਤਾਂ ਫਿਰ ਅਸੀਂ ਉਹਨਾਂ ਤੋਂ ਲਾਅ ਐਂਡ ਆਰਡਰ ਕਿੱਥੇ ਭਾਲਦੇ ਹਾਂ ਜੀ? ਕਿੱਥੇ ਭਾਲਾਂਗੇ ਅਸੀਂ ਕਾਨੂੰਨ ਤੇ ਅਮਨ ਦੀ? ਇਹ ਜਿਹੜੀ ਸਥਿਤੀ ਜਿਹੜੀ ਇਸ ਵੇਲੇ ਵਿਗੜੀ ਪਈ ਹੈ, ਤੁਸੀਂ ਪੁਲਿਸ ਵਾਲਿਆਂ ਨੂੰ ਸਿਰਫ ਕਿ ਉਹਨਾਂ ਦਾ ਦਬਕੇ ਮਾਰ-ਮਾਰ ਕੇ ਪਿਸ਼ਾਬ ਕੱਢਣ ਨੂੰ ਰੱਖਿਆ। ਸ਼ਾਇਦ ਇਸੇ ਕਰਕੇ ਅਕਾਲੀ ਇਹ ਗੱਲ ਕਹਿੰਦੇ ਨੇ ਕਿ ਪੁਲਿਸ ਦਾ ਦੁਰਉਪਯੋਗ ਕਰਕੇ ਸਾਡੇ ਤੇ ਪਰਚੇ ਕਰਾਏ ਜਾ ਰਹੇ ਨੇ। ਇਹ ਸਾਫ਼ ਸਪਸ਼ਟ ਹੈ ਉਹਨਾਂ ਦੇ ਬੋਲਾਂ ਤੋਂ ਲੱਗਦਾ। ਠੀਕ ਹੈ, ਰਾਣਾ ਗੁਰਜੀਤ ਸਿੰਘ ਹੁਣ ਇਸ ਵੇਲੇ ਪੂਰੀ ਤਰ੍ਹਾਂ ਦੇ ਨਾਲ ਸਿੱਧੂ ਦੇ ਨਾਲ ਟਕਰਾਅ ਦੇ ਵਿੱਚ ਨੇ। ਜੇਕਰ ਰਾਣਾ ਗੁਰਜੀਤ ਸਿੰਘ ਪਾਸਾ ਵੱਟਦੇ ਨੇ, ਗੁਰਮੀਤ ਸੋਢੀ ਵਾਂਗ ਕਰ ਸਕਦੇ ਨੇ ਉਹ ਵੀ। ਦੇਖੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਕਰਦੇ ਜਾਂ ਨਹੀਂ ਕਰਦੇ। ਜੇ ਨਹੀਂ ਵੀ ਕਰਦੇ, ਸਿੱਧੂ ਆਪਣੀ ਅੜੀ ਤੇ ਰਹਿੰਦੇ ਆ
ਤਾਂ ਸੀਟਾਂ ਰਾਣਾ ਗੁਰਜੀਤ ਸਿੰਘ ਦੀ ਹਿੰਮਤ ਹੈਗੀ ਹੈ ਕਿ ਉਹ 4-5 ਨੂੰ ਖੋਰਾ ਲਾ ਸਕਦੇ ਆ। ਤੇ ਉਧਰ ਦੇਖਿਆ ਜਾਵੇ ਜੋਗੀ ਜੀ, ਉਧਰ ਹਾਈ ਕਮਾਨ ਤਾਂ ਇਹ ਗੱਲ ਕਹਿੰਦੀ ਹੈ ਕਿ ਇੱਕ ਪਰਿਵਾਰ ਦੇ ਵਿੱਚੋਂ ਇੱਕੋ ਹੀ ਸੀਟ ਮਿਲੇਗੀ। ਤੁਸੀਂ ਹੁਣੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਦਾ ਮੁੰਡਾ ਵੀ ਸਰਗਰਮ ਹੈ, ਰਾਣਾ ਗੁਰਜੀਤ ਆਪ ਵੀ ਚਾਹੁੰਦੇ ਨੇ, ਸੀਐਮ ਚੰਨੀ ਵੀ ਨੇ, ਉਹਨਾਂ ਦੇ ਬ੍ਰਦਰ ਜਿਹੜੇ ਨੇ ਮਨੋਹਰ ਸਿੰਘ, ਉਹ ਵੀ ਬੱਸੀ ਪਠਾਣਾ ਦੇ ਵਿੱਚ ਬਹੁਤ ਜ਼ਿਆਦਾ ਸਰਗਰਮ ਹੋਏ ਪਏ ਨੇ। ਦੇਖੋ ਗੱਲ ਇਹ ਹੈ ਕਿ ਇਹ ਸਿਆਸੀ ਪਾਰਟੀਆਂ ਦਾ ਜਿਹੜਾ ਇਹ ਬਿਆਨ ਹੈ, ਇਹ ਝਟਕਾ ਲੱਗ ਗਿਆ ਨਾ ਵੱਡੇ ਲੀਡਰਾਂ ਨੂੰ। ਇਹ ਕੋਈ ਝਟਕਾ ਨਹੀਂ, ਮੈਂ ਨਹੀਂ ਇਸ ਝਟਕੇ ਨੂੰ ਝਟਕਾ ਮੰਨਦਾ, ਜੀ ਮੇਰੀ ਆਪਦੀ ਨਿੱਜੀ ਰਾਏ ਹੈ। ਇਹ ਪਤਾ ਨਹੀਂ ਕਿੰਨੀ ਦੇਰ ਤੋਂ ਕਾਂਗਰਸ ਪਾਰਟੀ, ਅਕਾਲੀ ਪਾਰਟੀ, ਜਿਹੜੇ ਮਰਜ਼ੀ ਹੋਣ, ਆਮ ਆਦਮੀ ਪਾਰਟੀ ਵੀ ਵਿੱਚ ਹੀ ਆ, ਉਹ ਸਾਰੇ ਕਹਿੰਦੇ ਨੇ ਕਿ ਇੱਕ ਬੰਦਾ, ਇੱਕ ਅਹੁਦਾ, ਇੱਕ ਪਰਿਵਾਰ, ਇੱਕ ਟਿਕਟ। ਇਹ ਇਦਾਂ ਨਹੀਂ ਕਰਦੇ। ਪਰ ਕਾਂਗਰਸ ਦੇ ਵਿੱਚ ਆਪ ਤੇ ਪ੍ਰਿਯੰਕਾ ਗਾਂਧੀ ਦੇ ਕੋਲ ਵੀ ਹੈ, ਰਾਹੁਲ ਗਾਂਧੀ ਦੇ ਕੋਲ ਵੀ ਹੈ, ਖੁਦ ਸੋਨੀਆ ਗਾਂਧੀ ਕੋਲ ਵੀ ਸੋਨੀਆ ਗਾਂਧੀ ਕੋਲ ਵੀ ਹੈ। ਇਸੇ ਤਰ੍ਹਾਂ ਹੀ ਚੌਧਰੀ ਸੰਤੋਖ ਸਿੰਘ MP ਨੇ, ਉਹਨਾਂ ਦਾ ਮੁੰਡਾ ਜਿਹੜਾ ਉਹ ਟਿਕਟ ਲੈ ਗਿਆ ਸੀਗਾ। ਚੌਧਰੀ ਜਗਜੀਤ ਸਿੰਘ ਦਾ ਮੁੰਡਾ ਕਰਤਾਰਪੁਰ ਤੋਂ ਸੀਟ ਲੈ ਗਿਆ ਸੀਗਾ। ਇਸੇ ਤਰ੍ਹਾਂ ਰਾਣਾ ਗੁਰਜੀਤ ਸਿੰਘ ਨੇ ਆਪਣੇ ਮੁੰਡੇ ਨੂੰ ਪਲਾਂਟ ਕਰ ਦਿੱਤਾ ਸੁਲਤਾਨਪੁਰ ਲੋਧੀ ਦੇ ਵਿੱਚ। ਚਰਨਜੀਤ ਸਿੰਘ ਚੰਨੀ ਉਹਨਾਂ ਦੇ ਭਰਾ ਬਸੀ ਪਠਾਣਾ ਤੋਂ ਸੀਟ ਲੜਨ ਦੇ ਹੱਕ ਦੇ ਵਿੱਚ ਨੇ। ਉਧਰ ਅਕਾਲੀ ਦਲ ਦੀ ਗੱਲ ਕਰੀਏ, ਸਿਕੰਦਰ ਸਿੰਘ ਮਲੂਕਾ ਕਹਿੰਦੇ ਕਿ ਮੈਨੂੰ ਵੀ ਦਿਓ, ਮੇਰੇ ਮੁੰਡੇ ਨੂੰ ਵੀ ਦਿਓ। ਉਧਰ ਸੁਖਬੀਰ ਸਿੰਘ ਬਾਦਲ ਆਪ ਵੀ ਇਲੈਕਸ਼ਨ ਲੜਦੇ ਨੇ, ਪਾਪਾ ਜੀ ਵੀ ਲੜਦੇ ਨੇ, ਨਾਲ ਦੀ ਨਾਲ ਬੀਬੀ ਹਰਸਿਮਰਤ ਕੌਰ ਬਾਦਲ ਵੀ MP ਹੈ। ਇੱਥੇ ਪਰਿਵਾਰਵਾਦ ਤੁਸੀਂ ਕਦੇ ਵੀ ਖਤਮ ਨਹੀਂ ਕਰ ਸਕਦੇ, ਭਾਵੇਂ ਜਿਹੜੀ ਮਰਜ਼ੀ ਪਾਰਟੀ ਚੱਕ ਲਓ। ਪਰ ਆਪਣਾ ਜਿਹੜਾ ਇੱਕ ਪਰਿਵਾਰ ਹੈ ਪੰਜਾਬੀ ਸਾਥ ਦਾ, ਇਸ ਪਰਿਵਾਰ ਦੇ ਵਿੱਚ ਦਰਸ਼ਕਾਂ ਦਾ ਸਾਥ ਬਣਿਆ ਹੋਇਆ ਹੈ। ਪਰ ਛੋਟੀ ਜਿਹੀ ਬ੍ਰੇਕ ਤਾਂ ਬਣਦੀ ਹੈ। ਬਿਲਕੁਲ ਜੀ, ਵਾਪਸ ਆਉਂਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਦੇਖਦੇ ਰਹੋ ਪੰਜਾਬੀ ਨੈਸ਼ਨਲ TV। ਪੰਜਾਬੀ ਸਾਥ ਵਿੱਚ ਇਸ ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਇਸ ਵੇਲੇ ਤੁਹਾਡਾ ਸਾਥ ਬਣਿਆ ਹੋਇਆ ਜੀ ਚਰਨਜੀਤ ਜੋਗੀ ਤੇ ਰਮਣੀਕ ਕੌਰ ਦੇ ਨਾਲ। ਸਾਡੇ ਦਰਸ਼ਕ ਇਸ ਵੇਲੇ ਪੰਜਾਬੀ ਨੈਸ਼ਨਲ TV ਦੇਖ ਰਹੇ ਨੇ। ਬਿਲਕੁਲ ਜੋਗੀ ਜੀ, ਤੇ ਮੇਰਾ ਦਿਲ ਕਰ ਰਿਹਾ ਕਿ ਹੁਣ ਮੈਂ ਵੀ ਤੁਹਾਡੇ ਨਾਲ ਇੱਕ ਫੋਟੋ ਪਾਵਾਂ। ਦੇਖੋ ਮੈਂ ਫੋਟੋ ਪਵਾ ਤਾਂ ਲਵਾਂ, ਪਰ ਅੱਜ ਕੱਲ ਲੋਕੀ ਹਨਾ ਜਿਹੜੇ ਆ ਉਹ ਆਪਣੇ ਤਰ੍ਹਾਂ ਦੇ ਅੰਦਾਜ਼ੇ ਲਾਉਣ ਲੱਗ ਪੈਂਦੇ ਆ ਕਿ ਕਿਤੇ ਇਹ ਮਸ਼ਹੂਰ ਤਾਂ ਨਹੀਂ ਹੋਣਾ ਚਾਹੁੰਦੀ, ਕਿਤੇ ਆਪਣੀ ਫੇਸਬੁੱਕ ਦੇ ਉੱਪਰ ਫੋਟੋ ਪਾ ਕੇ 5-7 ਲਾਈਕ ਤਾਂ ਨਹੀਂ ਲੈਣਾ ਚਾਹੁੰਦੀ। ਮੇਰੇ ਮੂੰਹ ਨੂੰ ਤਾਂ ਮਿਲ ਜਾਣਗੇ ਤੈਨੂੰ 500-700। ਅੱਛਾ। ਤੇ ਪਰ ਉਹਦਾ ਆਪ ਦਾ ਵੀ ਦੇਖਿਓ ਨਾ, ਵੀ ਜਦੋਂ ਤੁਸੀਂ ਹੁਣ, ਕਿਉਂਕਿ ਮਸ਼ਹੂਰ ਤੂੰ ਵੀ ਬਹੁਤ ਆ, ਜਦੋਂ ਵੀ ਕਿਤੇ ਤੂੰ ਫੋਟੋ ਪਾ ਦੇਵੇਂ ਕਿਤੇ ਫੇਸਬੁੱਕ ਤੇ, ਇੰਸਟਾਗ੍ਰਾਮ ਤੇ, ਕਿਉਂਕਿ ਅਕਾਊਂਟ ਤਾਂ ਹਰ ਥਾਂ ਹੀ ਆ, ਟਵਿੱਟਰ ਤੇ ਵੀ ਹੈਗਾ, ਭਾਵੇਂ ਇੱਕ ਕਿ ਤੈਨੂੰ ਲਾਈਕ ਕਰੇ, ਉਹ ਵੀ ਕਦੇ ਮੈਂ ਕਰ ਦਿੰਦਾ ਦਿਲ ਰੱਖਣ ਨੂੰ। ਅੱਛਾ। ਵੀ ਤੇਰੀ ਹਾਜ਼ਰੀ ਬਣੀ ਰਵੇ। ਹਾਂ। ਦੇਖੋ ਜੇਕਰ ਤੂੰ 5-7 ਲਾਈਕ ਚਾਹੁੰਦੀ ਆ, ਹਾਂ, ਤਾਂ ਹੀ ਤੁਹਾਡੇ ਨਾਲ ਫੋਟੋ ਪਾਵਾ, ਹੈ ਨਾ? ਕੋਈ ਗੱਲ ਨਹੀਂ, ਪਾ ਦੇ। ਪਰ ਕਈ ਵਾਰੀ ਫੋਟੋਆਂ ਪਾ ਕੇ ਨਾ ਭੁਲੇਖੇ ਪਾਏ ਜਾਂਦੇ ਆ। ਹਾਂ, ਭੁਲੇਖੇ ਪਾਏ ਜਾਂਦੇ। ਮੈਂ ਪਹਿਲਾਂ ਕਿਹਾ ਕਿ ਲੋਕ ਤਰ੍ਹਾਂ ਦੇ ਅੰਦਾਜ਼ੇ ਲਗਾਉਣ ਲੱਗ ਪਏ ਨੇ। ਇੱਥੇ ਹਰ ਇੱਕ ਫੋਟੋ ਦਾ ਮਤਲਬ ਆਪਣੀ ਸੋਚ ਤੇ ਸਮਝ ਦੇ ਮੁਤਾਬਕ ਕੱਢਿਆ ਜਾਂਦਾ ਜੀ। ਜਿਹੜੇ ਪੋਲੀਟੀਕਲ ਲੋਕ ਨੇ ਨਾ ਆਮ ਤੌਰ ਤੇ, ਕਿਉਂਕਿ ਅੱਜ ਕੱਲ ਸੋਚ ਸਾਰਿਆਂ ਦੀ ਪੋਲੀਟੀਕਲ ਹੋਈ ਹੈ। ਬਿਲਕੁਲ ਸਹੀ। ਹੁਣ ਮੰਨ ਲਓ ਕਿਸੇ ਵਿਆਹ ਦੇ ਵਿੱਚ ਕੋਈ ਵੀ ਕਿਸੇ ਸਿਆਸੀ ਪਾਰਟੀ ਦਾ ਬੰਦਾ ਗਿਆ, ਉੱਥੇ ਕੋਈ ਗਾਉਣ ਵਾਲਾ ਚਲਾ ਗਿਆ, ਗਾਉਣ ਵਾਲੇ ਦੇ ਨਾਲ ਉਹਨੇ ਫੋਟੋ ਖਿਚਵਾ ਲਈ, ਠੀਕ ਹੈ, ਤੇ ਉਹ ਕਹਿੰਦੇ ਕਿ ਲੈ ਵੀ ਫਲਾਣਾ ਗਾਉਣ ਵਾਲਾ ਪਾਰਟੀ ਵਿੱਚ। ਇਦਾਂ ਨਹੀਂ ਹੁੰਦਾ, ਠੀਕ ਹੈ ਨਾ। ਹੁਣ ਦੇਖੋ ਇੱਕ ਦਿਨ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਇੱਕ ਫੋਟੋ ਜਿਹੜੀ ਆਪਣੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤੀ ਸੀ, ਉਹ ਆਪਣੇ ਕ੍ਰਿਕਟਰ ਹਰਭਜਨ ਸਿੰਘ ਹੁਣਾਂ ਦੇ ਨਾਲ। ਜੀ ਜੀ। ਤੇ ਲੋਕੀ ਕਹਿੰਦੇ ਸੀ ਕਿ ਇਹ ਕਾਂਗਰਸ ਦੇ ਵਿੱਚ ਆ ਗਿਆ। ਅੱਛਾ, ਉਹਨਾਂ ਨੇ ਗੱਲਾਂ ਹੀ ਇਹੋ ਜਿਹੀ, ਕੈਪਸ਼ਨ ਹੀ ਇਹੋ ਜਿਹੀ ਦਿੱਤੀ ਸੀ। ਦੇਖੋ ਪਰ ਹੁਣ ਚੱਕਰ ਇਹ ਆ ਕਿ ਨਵਜੋਤ ਸਿੰਘ ਸਿੱਧੂ ਹੁਣਾਂ ਦਾ, ਉਹਨਾਂ ਦਾ ਆਪਣਾ ਪੁਰਾਣਾ ਪਿਆਰ ਆ, ਖਿਡਾਰੀ ਰਹੇ ਨੇ, ਠੀਕ ਹੈ ਨਾ। ਉਹਨਾਂ ਨੂੰ ਇਹ ਕਹਿ ਦੇਣਾ ਕਿ ਹਾਂ ਬਈ ਇਹ ਹਰਭਜਨ ਸਿੰਘ ਚਲਾ ਗਿਆ ਪਾਰਟੀ ਦੇ ਵਿੱਚ, ਕੱਲ ਨੂੰ ਚਲਿਆ ਜਾਵੇ, 20 ਵਾਰੀ ਚਲਿਆ ਜਾਵੇ। ਇਧਰ ਰਾਘਵ ਚੱਡਾ ਹੋਰਾਂ ਨੇ ਵੀ ਤੇ ਸ਼ੇਅਰ ਕਰ ਲਈ ਬੱਬੂ ਮਾਨ ਦੇ ਨਾਲ। ਹਾਂ, ਬੱਬੂ ਮਾਨ ਹੁਣੀ ਹਮੇਸ਼ਾ ਇਹ ਕਹਿੰਦੇ ਰਹੇ ਆ ਕਿ ਮੈਂ ਕਿਸੇ ਪਾਰਟੀ ਦੇ ਵਿੱਚ ਨਹੀਂ ਜਾਣਾ, ਮੈਂ ਕਦੇ ਕਿਸੇ ਦੇ ਨਾਲ ਕੋਈ ਇਦਾਂ ਦਾ। ਹੁਣ ਜੇ ਰਾਘਵ ਚੱਡਾ ਜਾਂ ਬੱਬੂ ਮਾਨ ਨੇ ਫੋਟੋ ਖਿਚਵਾ ਲਈ ਤੇ ਇਹਦੇ ਵਿੱਚ ਕਹਿਰ ਕਾਹਦਾ ਆ ਗਿਆ, ਲੋੜਾ ਕਾਹਦਾ ਆ ਗਿਆ? ਕਿ ਬੱਬੂ ਮਾਨ ਸਾਰੇ ਉਹਨੂੰ ਪਸੰਦ ਕਰਦੇ ਨੇ, ਉਹਦੇ ਚਾਹਣ ਵਾਲੇ ਨੇ ਲੱਖਾਂ। ਤੇ ਜੇਕਰ ਉਹ ਸਟਾਰ ਦੇ ਨਾਲ, ਉਹ ਸਾਡਾ ਪੰਜਾਬੀਆਂ ਦਾ ਵਧੀਆ ਕਲਾਕਾਰ ਆ, ਜੇਕਰ ਉਹਦੇ ਨਾਲ ਕਿਸੇ ਨੇ ਫੋਟੋ ਖਿਚਵਾ ਲਈ, ਭਾਵੇਂ ਉਹ ਰਾਘਵ ਚੱਡਾ ਹੋਵੇ, ਭਾਵੇਂ ਕੱਲ ਨੂੰ ਤਾਂ ਅਮਿਤ ਸ਼ਾਹ ਕਹੂਗਾ ਕਿ ਮੈਂ ਫੋਟੋ ਖਿਚਵਾਉਣੀ ਹੈ ਬੱਬੂ ਮਾਨ ਦੇ ਨਾਲ, ਬੱਬੂ ਮਾਨ BJP 'ਚ ਥੋੜ੍ਹਾ ਚਲਾ ਜਾਊਗਾ। ਕਹਿਣ ਦਾ ਮਤਲਬ ਹੈ ਕਿ ਇੱਥੇ ਹਰ ਇੱਕ ਚੀਜ਼ ਦਾ ਸਿਆਸੀ ਮਤਲਬ ਕੱਢਿਆ ਜਾਂਦਾ ਹੈ। ਸਾਡੇ ਲੋਕਾਂ ਦੀ ਸੋਚ ਜਿਹੜੀ ਬੜੀ ਛੋਟੀ ਸੋਚ ਆ, ਸਾਡੇ ਲੋਕ ਆਪਣਾ ਰਿਐਕਸ਼ਨ ਬੜਾ ਫਟਾਫਟ ਦਿੰਦੇ ਨੇ, ਹਨਾ। ਸੋ ਇਸ ਕਰਕੇ ਸਾਨੂੰ ਆਪਣੀ ਸੋਚ ਜਿਹੜੀ ਥੋੜੀ ਜੀ ਵੱਡੀ ਰੱਖਣੀ ਪੈਣੀ ਹੈ, ਸੋਚਣ ਦਾ ਦਾਇਰਾ ਜਿਹੜਾ ਵਿਸ਼ਾਲ ਰੱਖਣਾ ਪੈਣਾ, ਤਾਂ ਕਰਕੇ ਅਸੀਂ ਅੱਗੇ ਵਧ ਸਕਦੇ। ਨਹੀਂ ਤਾਂ ਸਾਡੀਆਂ ਮਾੜੀਆਂ ਸੋਚਾਂ ਨੇ ਹੀ ਸਾਡਾ ਪੰਜਾਬ ਹਾਲੇ ਵੀ ਉੱਥੇ ਹੀ ਰੱਖਿਆ ਕਿ ਜਿੱਥੋਂ ਅਸੀਂ ਆ ਗੱਡਿਆਂ ਗੁੱਡਿਆਂ ਦਾ ਸਫ਼ਰ ਸ਼ੁਰੂ ਕੀਤਾ ਸੀ।
ਕਿਉਂਕਿ ਜੀ ਸਿਆਸਤ ਦੇ ਵਿੱਚ ਕਦੋਂ ਕੌਣ ਕਿੱਧਰ ਚਲਾ ਜਾਵੇ ਨਾ ਕੁਝ ਨਹੀਂ ਪਤਾ ਲੱਗਦਾ। ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੁਣ ਡੱਡੂ ਛੜੱਪੇ ਵੱਜ ਰਹੇ ਨੇ ਜੀ। ਔਰ ਹੁਣ ਰਣਜੀਤ ਬ੍ਰਹਮਪੁਰਾ ਹੁਰਾਂ ਨੇ ਫਾਈਨਲੀ ਘਰ ਵਾਪਸੀ ਕਰ ਲਈ ਹੈ, ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਉਧਰ ਢੀਂਡਸਾ ਹੋਰੀ ਇਕੱਲੇ 'ਚ ਪੈ ਗਏ ਨੇ। ਦੇਖੋ ਢੀਂਡਸਾ ਹੁਣ ਇਕੱਲੇ ਕਿਉਂ ਪੈ ਗਏ? ਉਹਨਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਜੱਫੀ ਪਈ ਹੋਈ ਆ, ਉਧਰ ਇੱਕ ਹੱਥ ਅਮਿਤ ਸ਼ਾਹ ਉਹਨਾਂ ਨੇ ਫੜਿਆ ਹੋਇਆ। ਕਹਿਣ ਦਾ ਮਤਲਬ ਹੈ ਕਿ ਇਕੱਲੇ ਜਿਹੜੇ ਆ ਉਹ ਬ੍ਰਹਮਪੁਰਾ ਸਾਹਿਬ ਪੈ ਗਏ ਸੀਗੇ। ਕਿਸੇ ਸਮੇਂ ਦੇ ਵਿੱਚ ਉਹਨਾਂ ਨੂੰ ਮਾਝੇ ਦਾ ਜਰਨੈਲ ਕਿਹਾ ਜਾਂਦਾ ਸੀ ਜੀ, ਬ੍ਰਹਮਪੁਰਾ ਸਾਹਿਬ ਨੂੰ। ਹੁਣ ਫਿਰ ਦੁਬਾਰਾ ਕਹਿਣ ਲੱਗ ਪੈਣਗੇ ਕਿਉਂਕਿ ਹੁਣ ਜਿਹੜੇ ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ ਮਾਝੇ ਦੇ ਜਰਨੈਲ ਸੀਗੇ ਉਹ ਥੋੜਾ ਜਿਹਾ ਰੈਸਟ ਤੇ ਨੇ, ਕਿਉਂਕਿ ਉਹਨਾਂ ਦੇ ਦੌੜ ਬਹੁਤ ਲੱਗੀ ਹੋਈ ਆ, ਸਾਹ ਚੜੇ ਪਏ ਨੇ। ਤੇ ਮਾਝੇ ਦੇ ਜਰਨੈਲ ਦੀ ਹੁਣ ਉਹਦੀ ਯਾਦ ਆਈ ਆ ਕਿ ਜਿਹੜਾ ਬਹੁਤ ਆਪਣੇ ਸਮੇਂ ਦੇ ਵਿੱਚ ਧਾਕੜ ਲੀਡਰ ਸੀ, ਮਿਨਿਸਟਰ ਵੀ ਰਿਹਾ। ਠੀਕ ਹੈ, ਕਹਿਣ ਦਾ ਮਤਲਬ ਹੈ ਕਿ ਉਹ ਬਜ਼ੁਰਗ ਸਿਆਸਤਦਾਨ ਜਿਹੜੇ ਕਹਿੰਦੇ ਹੁੰਦੇ ਸੀ ਕਿ ਮੈਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਲ ਕੇ ਪਾਰਟੀ ਬਣਾਈ, ਅਸੀਂ ਪਾਰਟੀ ਨੂੰ ਖੂਨ ਪਸੀਨੇ ਨਾਲ ਸਿੰਜਿਆ, ਤੇ ਅੱਜ ਇਹ ਜਿਹੜੇ ਪਾਰਟੀ ਵਾਲਿਆਂ ਨੇ ਉਹਨਾਂ ਨੂੰ ਜਦੋਂ ਬਾਤ ਨਹੀਂ ਪੁੱਛੀ, ਜਦੋਂ ਵਾਗਡੋਰ ਆ ਗਈ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਮੁੰਡੇ ਦੇ ਹੱਥ, ਤਾਂ ਉਸ ਵੇਲੇ ਉਹਨਾਂ ਨੇ ਬਜ਼ੁਰਗਾਂ ਨੂੰ ਪੁੱਛਣਾ ਕਰ ਦਿੱਤਾ ਬੰਦ। ਜਿਹੜੇ ਤਾਂ ਬਜ਼ੁਰਗ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਰਹੇ ਉਹ ਤੇ ਨਾਲ ਰਹੇ, ਜਿਹੜੇ ਆਰਗੂਮੈਂਟ ਕਰਦੇ ਰਹੇ ਉਹਨਾਂ ਨੇ ਹੌਲੀ 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 ਕੱਢ ਕੇ ਬਾਹਰ ਬਿਠਾ ਦਿੱਤੇ। ਇਦਾਂ ਹੀ ਬ੍ਰਹਮਪੁਰਾ ਸਾਹਿਬ ਨੂੰ ਘਰ ਬਿਠਾ ਦਿੱਤਾ। ਬ੍ਰਹਮਪੁਰਾ ਸਾਹਿਬ ਕਹਿੰਦੇ ਘਰ ਬੈਠ ਕੇ ਕਰਨਾ ਵੀ ਕੀ ਹੈ, ਹੁਣ ਅਸੀਂ ਕਿਹੜਾ ਮੱਝਾਂ ਚੋ ਸਕਦੇ ਹਾਂ, ਸਾਨੂੰ ਕਿਹੜਾ ਟੀਕੇ ਲਾਉਣੇ ਆਉਂਦੇ, ਵੀ ਸਾਨੂੰ ਕਿਹੜਾ ਮੰਜਾ ਬੁਣਨਾ ਆਉਂਦਾ, ਵੀ ਜਾਂ ਅਸੀਂ ਨਾਗਵਲ ਪਾ ਲਈਦਾ। ਸਿਆਸਤ ਹੀ ਜਾਣਦੇ ਆ। ਸਿਆਸਤ ਹੀ ਕਰਨ ਦੇ ਵਾਸਤੇ ਉਹਨਾਂ ਨੇ ਆਪਣਾ ਇੱਕ ਵੱਖਰਾ ਧੜਾ ਬਣਾਇਆ ਜਿਹਦੇ ਵਿੱਚ ਬਹੁਤ ਸਾਰੇ ਲੋਕ ਰਲੇ, ਜਿਹਨਾਂ ਵਿੱਚ ਸੇਵਾ ਸਿੰਘ ਸੇਖਵਾਂ ਵੀ ਸੀ, ਆਪ ਦਾ ਮੁੰਡਾ ਵੀ ਸੀਗਾ, ਹੋਰ ਵੀ ਸੀਗੇ। ਪਰ ਉਹ ਹੌਲੀ 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 ਨਿਖੜ ਗਏ। ਸੇਖਵਾਂ ਸਾਹਿਬ ਤੇ ਚਲੋ ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ, ਉਹ ਤੇ ਇਸ ਜਹਾਨ ਦੇ ਵਿੱਚ ਨਹੀਂ ਰਹੇ। ਉਹ ਵੀ ਜਾਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਕੀ ਕਹਿੰਦਾ ਸਵਾਦ ਦੇਖ ਗਏ। ਤੇ ਕਹਿਣ ਦਾ ਮਤਲਬ ਹੈ ਕਿ ਸਾਰੇ ਜਦੋਂ ਚਲੇ ਗਏ, ਬ੍ਰਹਮਪੁਰਾ ਸਾਹਿਬ ਹੁਣ ਇਕੱਲੇ ਸੀ। ਹੁਣ ਉਹਨਾਂ ਨੇ ਸੋਚਿਆ ਵੀ ਕਿਉਂ ਨਾ ਹੁਣ ਵਾਪਸੀ ਕੀਤੀ ਜਾਵੇ, ਕਿਉਂਕਿ ਇਹ ਜਿਹੜੇ ਲੀਡਰ ਹੁੰਦੇ ਨੇ ਨਾ, ਇਹਨਾਂ ਨੂੰ ਕੋਈ ਚੜੀ ਲਿੱਥੀ ਦੀ ਹੁੰਦੀ ਨਹੀਂ। ਬੇਇੱਜ਼ਤੀ ਲਫ਼ਜ਼ ਜਿਹੜਾ ਉਹ ਸਾਡੇ ਤੁਹਾਡੇ ਡਿਕਸ਼ਨਰੀ ਦੇ ਵਿੱਚ ਹੋ ਸਕਦਾ, ਇਹਨਾਂ ਦੀ ਡਿਕਸ਼ਨਰੀ ਦੇ ਵਿੱਚ ਨਹੀਂ ਹੁੰਦਾ। ਇਹਨਾਂ ਦੀ ਵਿੱਚ ਸਿਰਫ ਤੇ ਸਿਰਫ ਕੁਰਸੀ, ਸੱਤਾ, ਸੁੱਖ, ਮੌਜਾਂ, ਬੁੱਲੇ ਵੱਢਣੇ ਇਹੀ ਹੁੰਦਾ ਇਹਨਾਂ ਦੇ, ਹੋਰ ਕੋਈ ਦੂਸਰਾ ਲਫ਼ਜ਼ ਨਹੀਂ ਹੁੰਦਾ। ਤੇ ਸੇਵਾ ਕਿੱਥੇ ਗਈ? ਦੇਖੋ ਇਹ ਤਾਂ ਲੋਕਾਂ ਨੂੰ ਦਿਖਾਉਣ ਦੇ ਵਾਸਤੇ ਵੱਡੇ ਵੱਡੇ ਫੱਟੇ ਲਾਏ ਜਾਂਦੇ ਆ ਕਿ ਰਾਜ ਨਹੀਂ ਸੇਵਾ ਜਿੰਨੀ ਕਿ ਇਹਨਾਂ ਨੇ ਕੀਤੀ ਹੈ ਉਹ ਪਤਾ ਆ। ਹੁਣ ਬ੍ਰਹਮਪੁਰਾ ਸਾਹਿਬ ਕਿੱਡਾ ਕੁ ਵੱਡਾ ਠੁੰਮਣਾ ਬਣਦੇ ਆ ਮਾਝੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ, ਇਹ ਤੇ ਆਉਣ ਵਾਲਾ ਸਮਾਂ ਹੀ ਦੱਸੂਗਾ। ਪਰ ਇੰਜ ਲੱਗਦਾ ਨਹੀਂ ਕਿ ਹੁਣ ਬ੍ਰਹਮਪੁਰਾ ਸਾਹਿਬ ਦੀ ਲੱਕੜ ਦੇ ਨਾਲ ਲੋਹਾ ਵੀ ਤਰ ਜੂਗਾ। ਜੋ ਕਿ ਜੀ ਉਧਰ ਆਮ ਆਦਮੀ ਪਾਰਟੀ ਦੇ ਵਿੱਚ ਵੀ ਇੱਕ ਵੱਖਰਾ ਜਿਹਾ ਰੌਲਾ ਸੁਣਨ ਨੂੰ ਆ ਰਿਹਾ। ਦੇਖੋ ਆਮ ਆਦਮੀ ਪਾਰਟੀ ਦੇ ਵਿੱਚ ਰੌਲਾ ਜਿਹੜਾ ਵੱਡੇ ਪੱਧਰ ਤੇ ਸੁਣ ਰਿਹਾ ਨਾ, ਉਹ ਨਵੇਂ ਸ਼ਹਿਰ ਦੀ ਸੀਟ ਨੂੰ ਲੈ ਕੇ ਆ ਜੀ। ਜਿਹੜੇ ਉੱਥੋਂ ਕੈਂਡੀਡੇਟ ਬਣਾਏ ਗਏ ਨੇ ਉਹ ਪਹਿਲਾਂ ਕਾਂਗਰਸ ਦੇ ਵਿੱਚ ਹੁੰਦੇ ਸੀਗੇ ਜੀ, ਕਾਂਗਰਸ ਦੇ ਵਿੱਚੋਂ ਲਿਆ ਕੇ ਉਹਨੂੰ ਇਹ ਉਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਸਾਹਿਬ ਦੇ ਬਿਆਨ ਨੇ, ਮਾਨਯੋਗ ਅਰਵਿੰਦ ਕੇਜਰੀਵਾਲ ਹੁਣਾਂ ਦੇ। ਉਹ ਕਹਿੰਦੇ ਸੀ ਮੈਂ ਕਾਂਗਰਸ ਦਾ ਕੂੜਾ ਕਚਰਾ ਨਹੀਂ ਲੈਣਾ। ਤੇ ਉੱਥੋਂ ਦੇ ਹੁਣ ਜਿਹੜੇ ਲੀਡਰ ਨੇ, ਜਿਹੜੇ ਆਗੂ ਨੇ ਨਵਾਂ ਸ਼ਹਿਰ ਦੇ, ਉਹ ਕਹਿੰਦੇ ਨੇ ਕਿ ਜੇਕਰ ਤੁਹਾਡੇ ਇਹ ਬਿਆਨ ਸੀ ਕਿ ਮੈਂ ਕਾਂਗਰਸ ਦਾ ਕੂੜਾ ਕਚਰਾ ਨਹੀਂ ਲੈਣਾ, ਤਾਂ ਫਿਰ ਇਹ ਕੂੜਾ ਕਚਰਾ ਲਿਆ ਕੇ ਸਾਡੇ ਸਿਰ ਦੇ ਵਿੱਚ ਕਿਉਂ ਪਾਇਆ ਜੀ। ਬਾਜਵੇ ਸਵਾਲ ਉਹਨਾਂ ਦਾ ਵੀ। ਹੁਣ ਉਹ ਨਾਰਾਜ਼ ਹੋਏ ਬੈਠੇ ਨੇ ਕਿ ਇਸ ਸੀਟ ਤੇ ਮੁੜ ਵਿਚਾਰ ਕੀਤਾ ਜਾਵੇ, ਇਸ ਸੀਟ ਨੂੰ ਬਦਲਿਆ ਜਾਵੇ। ਆਮ ਆਦਮੀ ਪਾਰਟੀ ਵੈਸੇ ਤਾਂ ਸੀਟਾਂ ਬਦਲਣ ਦੇ ਵਿੱਚ ਐਕਸਪਰਟ ਆ, ਬਹੁਤ ਐਕਸਪਰਟ ਹੈ। ਖੜੇ ਪੈਰ ਤੇ ਮਿਹਨਤ ਕੋਈ ਹੋਰ ਕਰਦਾ ਹੁੰਦਾ ਹੈ, ਸੀਟ ਕਿਸੇ ਹੋਰ ਨੂੰ ਦੇ ਦਿੱਤੀ ਜਾਂਦੀ ਹੈ। ਦੇਖੋ ਸਭ ਤੋਂ ਵੱਡੀ ਗੱਲ, ਇੱਕ ਉਦਾਹਰਨ ਨਿੱਕੀ ਜਿਹੀ ਮੈਂ ਦਿੰਦਾ। ਸੀਟ ਦਿੱਤੀ ਸੀਗੀ ਬਲਕਾਰ ਸਿੱਧੂ ਹੁਣਾਂ ਨੂੰ, ਬਲਕਾਰ ਸਿੱਧੂ ਨੂੰ ਸੀਟ ਦੇ ਕੇ ਵਾਪਸ ਲੈ ਲਈ। ਬਲਕਾਰ ਸਿੱਧੂ ਇਹਨਾਂ ਤੋਂ ਟੁੱਟ ਕੇ ਕਾਂਗਰਸ ਦੇ ਵਿੱਚ ਚਲਾ ਗਿਆ। ਹੁਣ ਬਲਕਾਰ ਸਿੱਧੂ ਦੁਬਾਰਾ ਫਿਰ ਇਹਨਾਂ ਦੇ ਕੋਲ ਆ ਗਿਆ। ਬਲਕਾਰ ਸਿੱਧੂ ਅੱਜ ਰਾਮਪੁਰਾ ਫੂਲ ਤੋਂ ਫਿਰ ਉਹਨਾਂ ਨੇ ਕੈਂਡੀਡੇਟ ਬਣਾਤਾ। ਸਵਾਲ ਹੈ ਆਮ ਆਦਮੀ ਪਾਰਟੀ ਦੇ ਵਾਸਤੇ, ਬਲਕਾਰ ਸਿੱਧੂ ਕੀ ਉਦੋਂ ਦੋਸ਼ੀ ਸੀ? ਕੀ ਬਲਕਾਰ ਸਿੱਧੂ ਦਾ ਕੋਈ ਕਸੂਰ ਸੀ? ਕੀ ਬਲਕਾਰ ਸਿੱਧੂ ਦੇ ਵਿੱਚ ਕੋਈ ਕਾਣ ਸੀ? ਜੇ ਕਾਣ ਸੀ ਤਾਂ ਹੁਣ ਕਿਹੜਾ ਰੰਦਾ ਫੇਰ ਲਿਆ ਉਹਨੂੰ ਜਿਹਦੀ ਕਾਣ ਨਿਕਲ ਗਈ? ਹੁਣ ਬਲਕਾਰ ਸਿੱਧੂ ਕਿੱਦਾਂ ਚੰਗਾ ਹੋ ਗਿਆ, ਨਾਲੇ ਹੁਣ ਉਹ ਕੂੜਾ ਕਚਰ ਨਹੀਂ, ਤੇ ਨਾਲੇ ਹੁਣ ਬਲਕਾਰ ਸਿੱਧੂ ਦੁੱਧ ਤੇ ਉੱਤਾ ਕਿੱਦਾਂ ਹੋ ਗਿਆ। ਬਲਕਾਰ ਸਿੱਧੂ ਦੇ ਬਾਰੇ ਅਸੀਂ ਕੁਝ ਨਹੀਂ ਕਹਿ ਰਹੇ ਜੀ, ਇਹ ਸਾਡੀ ਵਰਡਿੰਗ ਨਹੀਂ ਹੈਗੀ। ਬਲਕਾਰ ਸਿੱਧੂ ਦਾ ਮੈਂ ਆਪਣੇ ਨਿੱਜੀ ਤੌਰ ਤੇ ਫੈਨ ਆ, ਉਹਦੀ ਗਾਇਕੀ ਦਾ, ਠੀਕ ਹੈ। ਸਵਾਲ ਇਹ ਹੈ ਕਿ ਇੱਕ ਵਾਰੀ ਤੁਸੀਂ 2017 ਦੇ ਵਿੱਚ ਉਹਨੂੰ ਟਿਕਟ ਦੇ ਕੇ ਖੋਹ ਲੈਂਦੇ ਹੋ, 2022 ਦੇ ਵਿੱਚ ਕੈਂਡੀਡੇਟ ਬਣਾ ਦਿੰਦੇ ਹੋ,
ਤੇ ਇਹ 5 ਸਾਲਾਂ ਦੇ ਵਿੱਚ ਉਹਨੇ ਕਿਹੜੀ ਦਵਾਈ ਖਾ ਲਈ ਵੀ ਉਹਦੀ ਐਲਰਜੀ ਠੀਕ ਹੋ ਗਈ। ਹੁਣ ਸਵਾਲ ਇਹ ਹੈ ਕਿ ਆਪਣੇ ਕਹਿਣ ਤੋਂ ਤੇ ਕਥਨੀ ਤੋਂ ਆਮ ਆਦਮੀ ਪਾਰਟੀ ਹੌਲੀ 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 ਲਾਂਭੇ ਹੋ ਗਈ। ਨਵੇਂ ਸ਼ਹਿਰ ਦੇ ਵਿੱਚ ਇਹ ਰੌਲਾ ਪਿਆ। ਇਸੇ ਤਰ੍ਹਾਂ ਹੀ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਦੇ ਆਗੂ, ਸਤਾਏ ਹੋਏ ਵਰਕਰ ਔਰ ਰੁੱਸੇ ਹੋਏ ਜਿਹੜੇ ਲੋਕ ਨੇ, ਜਿਹੜੇ ਵਿਚਾਰੇ ਟੈਂਟ ਲਾਉਂਦੇ ਰਹੇ, ਜਿਹੜੇ ਵਿਚਾਰੇ ਦਰੀਆਂ ਇਹਨਾਂ ਦੀਆਂ ਝਾੜਦੇ ਰਹੇ, ਜਿਹੜੇ ਲੋਕ ਇਕੱਠੇ ਕਰ ਕਰਕੇ ਲਿਆਉਂਦੇ ਰਹੇ, ਠੱਗੇ ਮਹਿਸੂਸ ਕਰ ਰਹੇ ਨੇ, ਜਿਨ੍ਹਾਂ ਦੇ ਸਿਰ ਪਰਚੇ ਹੋਏ ਸੀ, ਉਹਨਾਂ ਨੇ ਹੁਣ ਇੱਕ ਵੱਡਾ ਇਕੱਠ ਕੀਤਾ। ਇਹਨਾਂ ਦੇ ਵਿੱਚ ਭਾਂਬੜ ਚੜ੍ਹਦੇ ਸਾਲ ਹੀ ਮੱਚਣ ਵਾਲਾ ਆ ਜੀ। ਇਹਨਾਂ ਦੇ ਵਿੱਚ ਬਹੁਤ ਵੱਡਾ ਹੁਣ ਇੱਕ ਸਿਆਪਾ ਖੜਾ ਹੋਣ ਵਾਲਾ ਹੈ। ਬਹੁਤ ਵੱਡੇ ਪੱਧਰ ਤੇ ਇੱਕ ਮੀਟਿੰਗ ਹੋਈ ਆ ਇੱਕ ਉਸ ਆਗੂ ਦੇ ਫਾਰਮ ਹਾਊਸ ਤੇ ਕਿ ਜਿਹੜਾ 2017 ਦੇ ਵਿੱਚ ਇਹਨਾਂ ਦੀ ਟਿਕਟ ਤੋਂ ਇਲੈਕਸ਼ਨ ਵੀ ਲੜ ਚੁੱਕਿਆ। ਤੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦਾ ਗਠਨ ਹੁੰਦਾ ਹੈ ਤਾਂ ਫਿਰ ਦਿੱਲੀ ਵਾਲੇ ਕਿੱਥੇ ਜਾਣਗੇ? ਉਹ ਤੇ ਪਤਾ ਨਹੀਂ ਕਿੱਥੇ ਜਾਣਗੇ। ਪਰ ਇੱਧਰ ਜਿਹੜੇ ਹਰੀਸ਼ ਰਾਵਤ ਨੇ, ਉਹਨਾਂ ਦਾ, ਜੇ ਮੈਂ ਆਪਣੇ ਸ਼ਬਦਾਂ ਦੀ ਗੱਲ ਨਹੀਂ ਕਰਦੀ, ਮੈਂ ਮਨੀਸ਼ ਤਿਵਾੜੀ ਹੋਰਾਂ ਦੇ ਸ਼ਬਦਾਂ ਦੀ ਗੱਲ ਕਰਦੀ ਆ ਵੀ ਉਹਨਾਂ ਦੇ ਜਿਹੜਾ ਰੱਥ ਤੁਰਿਆ ਸੀਗਾ, ਉਹਨਾਂ ਦੀ ਜਿਹੜੀ ਕਾਰਵਾਈ ਹੈ, ਉਹਦਾ ਭੋਗ ਪੈਣ ਵਾਲਾ ਹੈ। ਕਿਉਂਕਿ ਹਰੀਸ਼ ਰਾਵਤ ਜਿਹੜੇ ਨੇ ਉੱਤਰਾਖੰਡ ਦੇ ਵਿੱਚ ਵੀ ਠੱਗਿਆ ਮਹਿਸੂਸ ਕਰ ਰਹੇ ਨੇ, ਉੱਥੇ ਵੀ ਉਹਨਾਂ ਦੇ ਪੈਰ ਜੇ ਲੱਗੇ ਨਹੀਂ। ਤੇ ਇੱਧਰ ਮਨੀਸ਼ ਤਿਵਾੜੀ ਨੇ ਟੁੱਲ ਲਾਉਂਦਿਆਂ, ਮਨੀਸ਼ ਤਿਵਾੜੀ ਖੁਦ ਕਾਂਗਰਸ ਦੇ ਇੱਕ ਨੁਮਾਇੰਦੇ ਨੇ, ਸੋ ਉਹਨਾਂ ਨੇ ਕਿਹਾ, ਕਹਿੰਦੇ ਪਹਿਲਾਂ ਅਸਾਮ, ਫਿਰ ਪੰਜਾਬ, ਫਿਰ ਉੱਤਰਾਖੰਡ, ਇਹ ਪੂਰੀ ਤਰ੍ਹਾਂ ਭੋਗ ਪਾ ਕੇ ਹੀ ਜਾਣਗੇ। ਦੇਖੋ ਮਨੀਸ਼ ਤਿਵਾੜੀ ਹੁਣੀ, ਉਹਨਾਂ ਦੇ ਰੌਂ ਜਿਹੜੇ ਆ ਨਾ ਜੀ, ਉਹ ਬਗਾਵਤੀ ਬਹੁਤ ਜ਼ਿਆਦਾ ਬਗਾਵਤੀ ਕਰਦੇ, ਔਰ ਉਹ ਬਹੁਤ ਕੀ ਕਹਿੰਦੇ ਹੁਣ ਰੁੱਖਾ ਬੋਲਣ ਲੱਗ ਪਏ ਨੇ। ਕਹਿਣ ਦਾ ਮਤਲਬ ਇਹ ਹੈ ਕਿ ਮਨੀਸ਼ ਤਿਵਾੜੀ ਕੋਈ ਨਵੇਂ ਆਗੂ ਨਹੀਂ ਜੀ, ਪੁਰਾਣੇ ਆਗੂ ਹੈ, ਪਰ ਅਣਗੌਲਿਆ ਉਹਨਾਂ ਨੂੰ ਵੀ ਜਾ ਰਿਹਾ। ਠੀਕ, ਦੇਖੋ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਇਸ ਵੇਲੇ ਚੜ੍ਹਾਈ ਜਿਹੜੀ ਹੈ, ਤੂਤੀ ਜਿਹੜੀ ਬੋਲਦੀ ਹੈ, ਉਹ ਸਿੱਧੂ ਹੁਣਾਂ ਦੀ ਬੋਲਦੀ ਹੈ। ਪੰਜਾਬ ਵਿੱਚ ਸੀਨੀਅਰ ਆਗੂ ਨੂੰ ਪੁੱਛਦਾ ਕੋਈ ਨਹੀਂ। ਇਹੀ ਗੱਲ ਇੱਕ ਮੀਟਿੰਗ ਹੋਈ ਬਹੁਤ ਵੱਡੀ। ਉਸ ਵੱਡੀ ਮੀਟਿੰਗ ਦੇ ਵਿੱਚ ਸ਼ਮਸ਼ੇਰ ਸਿੰਘ ਦੂਲੋਂ ਜਿਹੜੇ ਰਾਜ ਸਭਾ ਮੈਂਬਰ ਆ, ਉਹਨਾਂ ਨੇ ਵੀ ਕਹਿ ਦਿੱਤਾ, ਕਹਿੰਦਾ ਤੁਸੀਂ ਜਿੱਤਣੀ ਕੀ ਆ ਇਲੈਕਸ਼ਨ, ਪਹਿਲਾਂ ਆਪ ਤੇ ਇਕੱਠੇ ਹੋ ਜਾਓ। ਬਿਲਕੁਲ ਸਹੀ। ਇੱਕ ਸਿਆਣੇ ਸੀਨੀਅਰ ਕਾਂਗਰਸੀ ਆਗੂ ਦੇ ਬੋਲ ਨੇ, ਤੇ ਜੇਕਰ ਇਹ ਇਕੱਠੇ ਨਹੀਂ ਹੋਣਗੇ ਤਾਂ ਫਿਰ ਇਹਨਾਂ ਦੇ ਹੱਥ ਦੇ ਵਿੱਚ ਕਦੇ ਵੀ ਵਾਗਡੋਰ ਨਹੀਂ ਆਉਣੀ। ਦੂਸਰਾ, ਮਨੀਸ਼ ਤਿਵਾੜੀ ਉਹਨਾਂ ਨੇ ਇਸ ਕਰਕੇ ਕਿਹਾ ਕਿਉਂਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਸੀ ਹਰੀਸ਼ ਰਾਵਤ, ਜਿੱਥੇ ਵੀ ਗਏ ਨੇ ਸਿਆਪੇ ਪਏ ਨੇ। ਔਰ ਉਹਨਾਂ ਦੇ ਇਹ ਨਹੀਂ ਆਪਾਂ ਕਹਿੰਦੇ ਕਿ ਉਹਨਾਂ ਨੇ ਸਿਆਪੇ ਪਾਏ ਨੇ, ਕਈਆਂ ਬੰਦਿਆਂ ਦੇ ਮੁਕੱਦਰ ਐਸੇ ਹੁੰਦੇ ਨੇ, ਔਰ ਉਹਨਾਂ ਨੂੰ ਆਪਣੇ ਮੁਕੱਦਰ ਦੇ ਕੇ ਹੁਣ ਆਰਾਮ ਦੇ ਨਾਲ ਉਹ ਕਹਿ ਰਹੇ ਨੇ ਖੁਦ ਕਿ ਮੈਨੂੰ ਆਰਾਮ ਚਾਹੀਦਾ ਹੈ, ਨਵੇਂ ਸਾਲ 'ਚ ਮੈਂ ਆਰਾਮ ਵੀ ਫਰਮਾ ਸਕਦਾ। ਬਿਲਕੁਲ ਜੀ, ਔਰ ਆਰਾਮ ਫਰਮਾਉਣਾ ਵੀ ਚਾਹੀਦਾ। ਕਹਿੰਦੇ ਨੇ ਨਾ, ਇੱਕ ਗੱਲ ਆ ਵੀ ਕਹਿੰਦੇ ਨੇ ਕਿ ਜਿਹੜੇ ਵਿਆਹੇ ਵਰੇ ਬੰਦੇ ਹੁੰਦੇ ਨੇ ਉਹ ਰਾਸ਼ੀ ਫਲ ਨਹੀਂ ਦੇਖਦੇ, ਸਵੇਰੇ ਘਰ ਵਾਲੀ ਦਾ ਮੂੰਹ ਦੇਖ ਕੇ ਦੇਖ ਲੈਂਦੇ ਨੇ ਕਿ ਉਹਦਾ ਦਿਨ ਕਿੱਦਾਂ ਦਾ ਲੰਘੂਗਾ। ਹੁਣ ਰਾਵਤ ਸਾਹਿਬ ਨੂੰ ਵੀ ਪਾਰਟੀ ਦਾ ਮੂੰਹ ਦੇਖ ਕੇ ਇਹ ਸੋਚ ਲੈਣਾ ਚਾਹੀਦਾ ਕਿ ਹੁਣ ਆਉਣ ਵਾਲਾ ਸਮਾਂ ਕਿੱਦਾਂ ਦਾ ਆ। ਜੋਗੀ ਜੀ, ਤੁਸੀਂ ਕਦੇ ਆਪਣੇ ਘਰ ਦੇ ਵਿੱਚ ਕੋਈ ਚਾਈਨੀਜ਼ ਪ੍ਰੋਡਕਟ ਵਰਤਿਆ? ਅੱਜ ਕੱਲ੍ਹ ਤਾਂ ਇਹ ਹਾਲਾਤ ਬਣ ਗਏ ਨੇ ਕਿ ਜੇਕਰ ਅਸੀਂ ਆਪਣੇ ਘਰ ਦੇ ਵਿੱਚ 10 ਪ੍ਰੋਡਕਟ ਵਰਤਦੇ ਆ ਨਾ, ਉਹਨਾਂ ਦੇ ਵਿੱਚੋਂ 9 ਚਾਈਨੀਜ਼ ਹੀ ਹੁੰਦੇ ਹੈ ਨਾ। ਇੰਡੀਆ ਦੇ ਵਿੱਚ ਘਰ ਘਰ ਦੀ ਕਹਾਣੀ ਹੈ, ਤੁਸੀਂ ਕੋਈ ਵੀ ਪ੍ਰੋਡਕਟ ਲੈ ਲਓ। ਇਸ ਤੋਂ ਪਹਿਲਾਂ ਕਿ ਤੁਹਾਡੀ ਗੱਲ ਅੱਗੇ ਵਧੇ, ਇੱਕ ਕਹਾਣੀ ਸੁਣਾ ਦਵਾਂ। ਜ਼ਰੂਰ ਜੀ। ਇਹਦੀ ਸਾਡੇ ਟੱਬਰ ਦੇ ਵਿੱਚੋਂ ਹੀ ਬੰਦਾ ਆ ਗਿਆ ਇੱਧਰ ਆਣ ਕੇ, ਤੋਂ ਇੱਕ ਕੁੜੀ ਨੂੰ ਪੁੱਛਦਾ ਹੈ, ਉਹਦਾ ਬਾਪ ਚਾਈਨੀਜ਼ ਸੀ। ਅੱਛਾ। ਹਾਂ, ਤੇ ਮਾਂ ਜਿਹੜੀ ਸੀਗੀ ਉਹ ਇੰਡੀਅਨ ਸੀ। ਅੱਛਾ। ਉਹ ਪੁੱਛਦਾ, ਕਹਿੰਦਾ ਕਿੱਦਾਂ ਬਈ ਤੇਰੀ ਝਾਈ ਦਾ, ਕਿੱਦਾਂ ਤੇਰੀ ਤਾਂ ਠੀਕ ਆ? ਉਹ ਕਹਿੰਦੀ ਹਾਂਜੀ ਜੀ ਬਿਲਕੁਲ ਠੀਕ ਆ। ਤੇ ਬਾਪੂ ਨਹੀਂ ਤੇਰਾ ਦੱਸਿਆ? ਉਹ ਕਹਿੰਦੀ ਜੀ ਉਹ ਤਾਂ ਤੁਹਾਨੂੰ ਦੱਸਿਆ ਨਹੀਂ, ਜਾਂ ਤੁਹਾਨੂੰ ਪਤਾ ਨਹੀਂ ਲੱਗਾ ਵੀ ਉਹ ਤਾਂ ਹੋ ਗਏ 4 ਕੁ ਮਹੀਨੇ, ਉਹ ਤਾਂ ਚੜ੍ਹਾਈ ਕਰ ਗਏ। ਅੱਛਾ। ਕਹਿੰਦਾ ਹਾਂ, ਫਿਰ ਚਾਈਨੀਜ਼ ਮਾਲ ਸੀ, ਕਿੰਨਾ ਕੁ ਚਿਰ ਚੱਲਣਾ ਸੀ। ਸੋ ਅਸੀਂ ਇਹ ਅੰਦਾਜ਼ੇ ਲਗਾ ਕੇ ਚੱਲਦੇ ਹਾਂ ਕਿ ਖੌਰੇ ਚਾਈਨੀਜ਼ ਮਾਲ ਜਿਹੜੇ ਆ ਉਹ ਚੱਲਦੇ ਨਹੀਂ, ਪਰ ਨਹੀਂ। ਇੱਥੇ ਇਹ ਵੀ ਕਹਿਣਾ ਚਾਹਾਂਗੇ ਕਈ ਐਸਾ ਵੀ ਸਮਾਨ ਹੈਗਾ ਚਾਈਨਾ ਵੱਲੋਂ ਆਉਂਦਾ ਕਿ ਜਿਹੜਾ ਸਾਲੋਂ ਸਾਲ ਚੱਲਦਾ ਜੀ, ਰੰਗ ਦੀ ਬਾਲਟੀ ਵਾਂਗੂ। ਪਰ ਇੱਕ ਗੱਲ ਇਹ ਵੀ ਹੈ ਜੋਗੀ ਜੀ ਕਿ ਚਾਈਨਾ ਦਾ ਜਿਹੜਾ ਮਾਲ ਹੈ ਨਾ, ਉਹਦੇ ਬਾਰੇ ਕਿਹਾ ਜਾਂਦਾ ਕਿ ਮੋਸਟਲੀ ਉਹ ਨਕਲੀ ਹੁੰਦਾ ਹੈ, ਕਿ ਜ਼ਿਆਦਾ ਮਿਆਦ ਉਹਦੀ ਨਹੀਂ ਹੁੰਦੀ, ਗਰੰਟੀ ਕੋਈ ਨਹੀਂ ਹੁੰਦੀ ਕਿ ਜ਼ਿਆਦਾ ਚੱਲੇਗਾ ਕਿ ਨਹੀਂ ਚੱਲੇਗਾ। ਪਰ ਜਿਹੜਾ ਲਿਖਿਆ ਹੁੰਦਾ ਨਾ, ਸਟicker ਜਿਹਾ ਲੱਗਾ ਹੁੰਦਾ ਮੇਡ ਇਨ ਚਾਈਨਾ ਵਾਲਾ, ਤੁਹਾਨੂੰ ਪਤਾ ਕਿ ਉਹ ਪਰਟੀਕੂਲਰ ਸਟicker ਜਿਹੜਾ ਹੈ ਉਹ ਚਾਈਨਾ 'ਚ ਨਹੀਂ ਬਣਦਾ। ਅੱਛਾ। ਉਹ ਬਣਦਾ ਸਾਊਥ ਕੋਰੀਆ ਦੇ ਵਿੱਚ। ਤੁਹਾਡਾ ਭਲਾ ਹੋ ਜਾਏ। ਔਰ ਉਹ ਪ੍ਰੋਡਕਟ ਭਾਵੇਂ ਤੁਹਾਡਾ ਮੁੱਕ ਜਾਵੇ, ਭਾਵੇਂ ਖਤਮ ਹੋ ਜਾਏ, ਲੇਕਿਨ ਉਹ ਸਟicker ਕਦੇ ਨਹੀਂ ਕਿਤੇ ਜਾਂਦਾ। ਕੀ ਬਾਤ ਹੈ ਜੀ, ਹੋਣਾ ਵੀ ਇਦਾਂ ਹੀ ਚਾਹੀਦਾ ਹੈ ਨਾ। ਬੰਦਾ ਭਾਵੇਂ ਮੁੱਕ ਜਵੇ, ਪਰ ਉਹਦੀਆਂ ਯਾਦਾਂ ਜਿਹੜੀਆਂ ਉਹ ਹਮੇਸ਼ਾ ਰਹਿਣੀਆਂ ਚਾਹੀਦੀਆਂ ਨੇ। ਦੇਖੋ ਆ ਜਿਹੜੇ ਤੁਸੀਂ ਗੱਲ ਕੀਤੀ ਹੈ ਕਿ ਇਹ ਸਟicker ਕਿਤੇ ਹੋਰ ਬਣਦਾ ਹੈ, ਸਮਾਨ ਕਿਤੇ ਹੋਰ ਬਣਦਾ ਹੈ, ਇੱਦਾਂ ਹੀ ਸਾਡੇ ਵੀ ਆਪਣੇ ਬਹੁਤ ਵੱਡੇ ਮੁਲਕ ਦੇ ਕਾਢੀ ਲੋਕ ਨੇ ਜੀ, ਬਹੁਤ ਵੱਡੀਆਂ ਉਹਨਾਂ ਨੇ ਖੋਜਾਂ ਕੀਤੀਆਂ ਹੋਈਆਂ। ਸ਼ੈਤਾਨੀ ਦਿਮਾਗ 'ਚ ਕੋਈ ਕਹਾਣੀ ਆ ਰਹੀ ਹੈ। ਕਹਾਣੀ ਤਾਂ ਕੀ ਹੋਣੀ ਆ। ਵੈਸੇ ਦੇਖੋ ਜਿਹੜੇ ਵੱਡੇ ਲੋਕ
ਇਦਾਂ ਹੀ ਬੈਠੇ ਸੀ 4-5 ਵਪਾਰੀ ਇਕੱਠੇ ਹੋ ਕੇ, ਹਾਂ ਕੋਈ ਕਿਸੇ ਮੁਲਕ ਦਾ, ਕੋਈ ਕਿਸੇ ਮੁਲਕ ਦਾ, ਕੋਈ ਕਿਸੇ ਮੁਲਕ ਦਾ। ਉਹ ਕਹਿੰਦੇ ਜੀ ਅਸੀਂ ਇੱਕ ਦੁਨੀਆ ਦੀ ਸਭ ਤੋਂ ਬਰੀਕ ਰੋਡ ਬਣਾਈ ਦੀ ਹੈ ਅੱਛਾ ਕਿ ਉਸ ਤੋਂ ਬਰੀਕ ਦੁਨੀਆ ਦੀ ਕੋਈ ਰੋਡ ਨਹੀਂ ਹੋ ਸਕਦੀ, ਸਟੀਲ ਦੀ। ਉਹ ਕਹਿੰਦੇ ਅੱਛਾ ਯਾਰ ਬੜੇ ਤੁਸੀਂ ਤਾਂ ਕਮਾਲ ਦੇ ਆ। ਉਸ ਤੋਂ ਬਾਅਦ ਜੀ ਬਾਰੀ ਦੀ ਕਿਸੇ ਹੋਰ ਮੁਲਕ ਦੀ ਆ ਗਈ, ਕਹਿੰਦਾ ਜੀ ਉਸ ਰੋਡ ਦਾ ਜਿਹੜਾ ਸਿਰਾ ਆ ਉਹ ਅਸੀਂ ਘਸਾ ਕੇ ਤਿੱਖਾ ਕਰ ਦਈਦਾ। ਅੱਛਾ ਹਾਂ ਕਿ ਦੁਨੀਆ ਦਾ ਸਭ ਤੋਂ ਤਿੱਖਾ ਨੇਜਾ ਉਹਨੂੰ ਬਣਾ ਦਈਦਾ। ਹਾਂ ਇੱਕ ਹੋਰ ਦੇਸ਼ ਆਇਆ, ਉਹਨੇ ਵੀ ਬਹੁਤ ਤਰੱਕੀ ਕੀਤੀ ਸੀ, ਕਹਿੰਦਾ ਅਸੀਂ ਉਸੇ ਦੁਨੀਆ ਦੇ ਸਭ ਤੋਂ ਨਿੱਕੇ ਤੇ ਤਿੱਖੇ ਨੇਜੇ ਦੇ ਐਨ ਸਿਰ ਦੇ ਵਿਚਕਾਰ ਇੱਕ ਛੇਕ ਕਰਕੇ ਉਹਨੂੰ ਸੂਈ ਬਣਾ ਦਈਦਾ। ਕੀ ਬਾਤ ਹੈ ਭਾਈ, ਸਾਰੇ ਬੜੇ ਖੁਸ਼ ਹੋਏ। ਹੁਣ ਵਿਚਾਰਾ ਮੇਰੇ ਵਰਗਾ ਇੰਡੀਆ ਵਾਲਾ ਉਹ ਚੁੱਪ ਕਰਕੇ ਉਹਨਾਂ ਦੀਆਂ ਗੱਲਾਂ ਸੁਣਦਾ ਸੀ। ਅੱਛਾ ਉਹ ਕਹਿੰਦਾ ਵੀ ਤੁਸੀਂ ਵੀ ਬੋਲੋ, ਤੁਸੀਂ ਕੀ ਬਣਾਉਨੇ ਹੋ? ਕਹਿੰਦਾ ਤੁਸੀਂ ਬਣਾ ਲਓ ਤੇ ਠੱਪਾ ਸਾਡਾ ਹੀ ਲੱਗਣਾ ਵੀ ਮੇਡ ਇਨ ਇੰਡੀਆ। ਸੋ ਅਸੀਂ ਵੀ ਕਿਸੇ ਨਾਲੋਂ ਘੱਟ ਨਹੀਂ। ਇੰਡੀਆ ਦੇ ਵਿੱਚ ਵੀ ਬਹੁਤ ਵੱਡਾ ਹੁਨਰ ਆ, ਔਰ ਸਾਡਾ ਜਿਹੜਾ ਸਮਾਨ ਆ ਉਹ ਮਹਿੰਗਾ ਭਾਵੇਂ ਜ਼ਰੂਰ ਹੁੰਦਾ, ਪਰ ਹੁੰਦਾ ਟਿਕਾਊ ਵੀ ਆ ਤੇ ਵਿਕਾਊ ਵੀ ਆ, ਤੇ ਐਨ ਚੰਗੇ ਤਰੀਕੇ ਦੇ ਨਾਲ ਤੁਹਾਡੇ ਪੈਸੇ ਵਸੂਲ ਵਾਲਾ ਵੀ ਹੁੰਦਾ। ਬਿਲਕੁਲ ਜੀ। ਤੇ ਪੰਜਾਬੀ ਨੈਸ਼ਨਲ ਟੀਵੀ ਜਿਹੜਾ ਹੈ ਨਾ, ਉਹਦੀ ਵੀ ਇੱਕ ਪ੍ਰਾਪਤੀ ਹੈ, ਖਾਸ ਤੌਰ ਤੇ ਪੰਜਾਬੀ 7 ਪ੍ਰੋਗਰਾਮ ਦੀ। ਲੋਕਾਂ ਦੇ ਕੋਲ ਸੱਪਾਂ ਵਾਲਾ ਜੋਗੀ ਹੁੰਦਾ ਜਿਹੜਾ ਪਤਾ ਨਹੀਂ ਕਿੱਥੋਂ ਸੱਪ ਕੱਢਦਾ। ਸਾਡੇ ਕੋਲ ਇੱਕ ਇਹੋ ਜੀ ਮਹਾਨ ਹਸਤੀ ਹੈ ਜੋਗੀ, ਜਿਹੜਾ ਕਹਾਣੀਆਂ ਵਾਲਾ ਜੋਗੀ ਹੈ। ਮੈਂ ਕਿਹਾ ਜੀ ਆਪਣੇ ਦਿਮਾਗ 'ਚ ਪਤਾ ਨਹੀਂ ਕਦੋਂ ਕਹਾਣੀ ਕੱਢਦੇ। ਇਹੀ ਤਾਂ ਗੱਲ ਹੈ ਜੀ, ਕਹਾਣੀਆਂ ਔਰ ਇਹ ਗੱਲਾਂ ਬਾਤਾਂ ਔਰ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਅਸੀਂ ਲੈ ਕੇ ਆਉਂਦੇ। ਔਰ ਇਸੇ ਕਰਕੇ ਪੰਜਾਬੀ ਸੱਥ ਜਿਹੜੀ ਆ, ਕਿਸੇ ਸੱਥ ਦੇ ਵਿੱਚ ਅਸੀਂ ਸੱਚੀ ਮੁੱਚੀ ਬੈਠੇ ਹੋਈਏ ਨਾ, ਜਿਹੜੇ ਬਾਬੇ ਹੁੰਦੇ ਨੇ ਜਾਂ ਆੜੀ ਹੁੰਦੇ ਨੇ ਸਾਡੇ, ਉਹ ਇਦਾਂ ਦੀਆਂ ਗੱਲਾਂ ਕੱਢ ਕੇ ਲਿਆਉਂਦੇ ਨੇ ਨਾ, ਡੇਲੀ ਅਖਬਾਰਾਂ ਵਾ, ਬਿਲਕੁਲ ਡੇਲੀ ਅਖਬਾਰਾਂ ਵਰਗੇ, ਪਤਾ ਨਹੀਂ ਕਿੱਥੋਂ ਉਹ ਖਬਰਾਂ ਲੱਭ ਕੇ ਲਿਆਉਂਦੇ ਨੇ। ਔਰ ਇਸੇ ਤਰ੍ਹਾਂ ਹੀ ਅਸੀਂ ਵੀ ਕੋਸ਼ਿਸ਼ ਕਰੀਦੀ ਹੈ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਖਬਰ ਲੈ ਕੇ ਆਵੇ। ਖੈਰ, ਇੱਕ ਮੈਂ ਜਾਂਦੇ ਜਾਂਦੇ ਇੱਕ ਨੁਸਖਾ ਹੋਰ ਦੇਣਾ ਚਾਹਾਂਗਾ ਕਿ ਜਿਹੜੇ ਬੰਦੇ ਬਹੁਤ ਜ਼ਿਆਦਾ, ਜਿਨ੍ਹਾਂ ਦੀ ਨੀਂਦ ਜਾਣੀ ਕਿ ਬਹੁਤ ਆਉਂਦੀ ਆ, ਉਹਨਾਂ ਦੀ ਨੀਂਦ ਉਡਾਉਣ ਵਾਲਾ ਮੇਰੇ ਕੋਲ ਇੱਕ ਨੁਸਖਾ ਹੈਗਾ। ਕੀ ਹੈ ਭਲਾ? ਹਾਂ, ਜੇਕਰ ਤੁਹਾਨੂੰ ਨੀਂਦ ਬਹੁਤ ਜ਼ਿਆਦਾ ਆਉਂਦੀ, ਤੁਸੀਂ ਬੈਠੇ ਬੈਠੇ ਸੌ ਜਾਂਦੇ ਹੋ, ਕਿਤੇ ਗੱਡੀ ਦੇ ਵਿੱਚ ਜਾਂਦੇ ਸੌ ਜਾਂਦੇ ਹੋ, ਜਾਂ ਕੰਮ ਤੇ ਜਾਂਦੇ ਸੌ ਜਾਂਦੇ ਹੋ, ਤੁਸੀਂ ਕਿਸੇ ਏਜੰਟ ਨੂੰ 10-15 ਲੱਖ ਰੁਪਈਆ ਦੇ ਕੇ ਫਸਾ ਕੇ ਭੁੱਲ ਜਾਓ, ਤੁਹਾਡੇ ਸਾਰੇ ਟੱਬਰ ਦੀ ਨੀਂਦ ਉੱਡ ਜਾਣਗੀਆਂ। ਲਓ ਜੀ, ਇਸੇ ਨੁਸਖੇ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਪੰਜਾਬੀ 7 ਖਤਮ ਕਰਨ ਦੀ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ। ਇਸੇ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਇਹ ਸਾਥ ਬਣਾਈ ਰੱਖਣਾ, ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।